ਹੈਲੋ ਐਂਡ ਵੈਲਕਮ। ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਹਰਜੋਤ ਕੌਰ, ਹਾਜ਼ਰ ਹਾਂ ਜੀ ਲੈ ਕੇ ਤੁਹਾਡਾ ਆਪਣਾ ਮਨਪਸੰਦ ਇਮੀਗ੍ਰੇਸ਼ਨ ਸ਼ੋ ਉਡਾਰੀ ਵਿਦੇਸ਼ਾਂ ਨੂੰ। ਤੇ ਸਾਡੇ ਕੋਲ ਜਿਵੇਂ ਕਿ ਬਹੁਤ ਸਾਰੇ ਸਵਾਲ ਲਗਾਤਾਰ ਪਹੁੰਚ ਰਹੇ ਨੇ ਕੈਨੇਡਾ ਨੂੰ ਲੈ ਕੇ ਕਿ ਕੈਨੇਡਾ ਦੇ ਵਿੱਚ ਸਟੂਡੈਂਟਸ ਨੂੰ ਅਪਲਾਈ ਕਰਨ ਤਾਂ ਕਿਹੜੀ ਗੱਲਾਂ ਦਾ ਧਿਆਨ ਰੱਖਣ, ਰਿਫਿਊਜ਼ਲ ਕੇਸਿਸ ਨੂੰ ਲੈ ਕੇ ਕੀ ਰੁਝਾਨ ਚੱਲ ਰਿਹਾ, ਕਿ ਜਿਨ੍ਹਾਂ ਦੇ ਰਿਫਿਊਜ਼ਲ ਪਹਿਲਾਂ ਆ ਚੁੱਕੀ ਕੈਨੇਡਾ ਤੋਂ ਦੁਬਾਰਾ ਤੋਂ ਅਪਲਾਈ ਕਰਦੇ ਨੇ ਤਾਂ ਉਹਨਾਂ ਦੇ ਸਕਸੈਸਫੁਲੀ ਵੀਜ਼ਾਸ ਆ ਰਹੇ ਨੇ। ਟੂਰਿਸਟ ਵੀਜ਼ਾ ਬਾਰੇ ਵੀ ਗੱਲ ਕਰਾਂਗੇ, ਡਿਪੈਂਡੈਂਟ ਵੀਜ਼ਾ ਬਾਰੇ, ਯਾਨੀ ਕਿ ਪੂਰਾ ਆਪਾਂ ਫੋਕਸ ਕਰ ਰਹੇ ਹਾਂ ਅੱਜ ਕੈਨੇਡਾ ਦੇ ਉੱਪਰ। ਇਸ ਲਈ ਪੂਰਾ ਸ਼ੋ ਸ਼ੁਰੂ ਤੋਂ ਅਖੀਰ ਤੱਕ ਤੁਸੀਂ ਧਿਆਨ ਨਾਲ ਵੇਖਣਾ ਤੇ ਸੁਣਨਾ। ਤੇ ਸਭ ਤੋਂ ਪਹਿਲਾਂ ਮੈਂ ਤੁਹਾਡੀ ਇੰਟਰੋਡਕਸ਼ਨ ਕਰਵਾਉਣਾ ਚਾਹਾਂਗੀ ਜੋ ਸਾਡੇ ਮਹਿਮਾਨ ਸਾਡੇ ਨਾਲ ਅੱਜ ਇਸ ਸ਼ੋਅ ਦੇ ਵਿੱਚ ਮੌਜੂਦ ਨੇ ਜੀ। ਈਜ਼ੀ ਵੇ ਕੰਸਲਟੈਂਸੀ ਇਮੀਗ੍ਰੇਸ਼ਨਸ ਤੋਂ ਵੀਜ਼ਾ ਐਕਸਪਰਟ ਮਿਸਟਰ ਗੁਰਤੇਜ ਸੰਧੂ ਜੀ ਸਾਡੇ ਨਾਲ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਸਭ ਤੋਂ ਪਹਿਲਾਂ ਅਗਰ ਕੈਨੇਡਾ ਦੇ ਰੁਝਾਨ ਦੀ ਗੱਲ ਕਰੀਏ ਤਾਂ ਅਸੀਂ ਦੇਖ ਰਹੇ ਹਾਂ ਕਿ ਪਹਿਲਾਂ ਇੱਕ ਟਾਈਮ ਸੀ ਜਦੋਂ ਬਹੁਤ ਸਾਰੇ ਰਿਫਿਊਜ਼ਲ ਆਏ, ਲੇਕਿਨ ਅੱਜ ਇੱਕ ਵਾਰ ਫਿਰ ਤੋਂ ਕੈਨੇਡਾ ਵੱਲੋਂ ਥੋੜਾ ਭਰੋਸਾ ਜ਼ਰੂਰ ਸਟੂਡੈਂਟਸ ਨੂੰ ਦਿੱਤਾ ਜਾ ਰਿਹਾ, ਵੈਲਕਮ ਕੀਤਾ ਜਾ ਰਿਹਾ ਕਿ ਅਗਰ ਅਪਲਾਈ ਕਰ ਰਹੇ ਨੇ ਸਕਸੈਸਫੁਲੀ ਵੀਜ਼ਾਸ ਆ ਰਹੇ ਨੇ। ਬਿਲਕੁਲ। ਦੇਖੋ, ਕੈਨੇਡਾ ਦੇ ਲਈ ਅਗਰ ਅਸੀਂ ਲਾਸਟ ਇਨਟੇਕ ਦੀ ਗੱਲ ਕਰੀਏ, ਅਸੀਂ ਬਹੁਤ ਸ਼ੋਜ਼ ਦੇ ਵਿੱਚ ਡਿਸਕਸ ਕੀਤਾ ਹੈ ਕਿ ਬਹੁਤ ਰਿਫਿਊਜ਼ਲ ਰੇਟ ਸੀ ਜੀ। ਇਵਨ ਕਿ ਆਨਲਾਈਨ ਵੀ ਅਸੀਂ ਅਗਰ ਸਰਚ ਕਰੀਏ ਤੇ ਜਿਹੜਾ ਰਿਫਿਊਜ਼ਲ ਰੇਟ ਸੀ ਉਹ 65% ਦੇ ਆਸ-ਪਾਸ ਪਹੁੰਚ ਗਿਆ ਸੀ ਜੀ। ਪਹਿਲਾਂ 54% ਸੀ, ਫਿਰ ਉਸ ਤੋਂ ਬਾਅਦ ਕਿ ਹੋਰ ਵੱਧ ਗਿਆ। ਉਹ ਸਾਰੇ ਬੱਚੇ ਜਿਹੜੇ ਉਸ ਟਾਈਮ ਰਿਫਿਊਜ਼ ਹੋਏ ਸੀ ਉਹਨਾਂ ਨੂੰ ਬਹੁਤ ਵੱਡਾ ਝਟਕਾ ਸੀ ਕਿ ਕੈਨੇਡਾ ਇੱਕਦਮ ਜਿਹੜਾ ਰਿਫਿਊਜ਼ਲ ਰੇਟ ਬਹੁਤ ਹਾਈ ਹੋ ਗਿਆ ਔਰ ਪਤਾ ਨਹੀਂ ਆਉਣ ਵਾਲੇ ਟਾਈਮ 'ਚ ਕੀ ਬਣੇਗਾ, ਕਿ ਕੀ ਉਹ ਵੀਜ਼ਾ ਲੱਗ ਪਾਉਣਗੇ ਜਾਂ ਅੱਗੇ ਜਿਹੜੇ ਉਹਨਾਂ ਦੇ ਭੈਣ ਭਰਾ ਜਿਨ੍ਹਾਂ ਨੇ ਅਪਲਾਈ ਕਰਨਾ ਹੈ ਜਾਂ ਜਿਹੜੇ ਆਉਣ ਵਾਲੇ ਫਿਊਚਰ 'ਚ ਸਟੂਡੈਂਟ ਕੈਨੇਡਾ ਜਾਣਾ ਚਾਹੁੰਦੇ ਉਹਨਾਂ ਦਾ ਕੀ ਭਵਿੱਖ ਹੋਏਗਾ, ਕਿ ਉਹਨਾਂ ਨੂੰ ਵੀਜ਼ਾ ਕੈਨੇਡਾ ਦੇ ਮਿਲ ਪਾਉਣਗੇ, ਕਿ ਉਹ ਆਪਣੀ ਸਟੱਡੀ ਦਾ ਜਿਹੜਾ ਸੁਪਨਾ ਹੈ ਕੈਨੇਡਾ 'ਚ ਪਹੁੰਚ ਕੇ ਕਰਨ ਦਾ ਕੀ ਉਹ ਪੂਰਾ ਕਰ ਪਾਉਣਗੇ। ਇਹ ਸਾਰੇ ਸਵਾਲ ਜਿਹੜੇ ਸੀ ਸਾਡੇ ਕੋਲ ਖੜੇ ਹੋਏ ਸੀ ਉਸ ਟਾਈਮ। ਔਰ ਉਸ ਟਾਈਮ ਜਿਹੜਾ ਸੀ ਅਸੀਂ ਵੀ ਏਜੰਟ ਵੀ ਬਹੁਤ ਮੈਂ ਕਹਾਂਗਾ ਕਿ ਸਾਨੂੰ ਵੀ ਉਸ ਦੀ ਤਕਲੀਫ ਸੀ ਕਿ ਬੱਚਿਆਂ ਦੇ ਵੀਜ਼ਾ ਕਿਉਂ ਨਹੀਂ ਲੱਗ ਰਹੇ, ਕਿਉਂਕਿ ਅਸੀਂ ਵੀ ਜਿਹੜਾ ਕੰਮ ਉਹ ਵੀਜ਼ਾ ਲਈ ਕਰਦੇ ਹਾਂ। ਜਦੋਂ ਤੱਕ ਵੀਜ਼ਾ ਨਹੀਂ ਆਉਂਦਾ ਉਦੋਂ ਤੱਕ ਸਾਡੀ ਸੈਟਿਸਫੈਕਸ਼ਨ ਨਹੀਂ ਹੈ, ਕਿਉਂਕਿ ਬੱਚੇ ਨੂੰ ਵੀਜ਼ਾ ਲੱਗਣਾ ਜਿਹੜਾ ਸਾਡੇ ਲਈ ਬਹੁਤ ਵੱਡਾ ਜਿਹੜਾ ਟਾਰਗੇਟ ਜਿਹੜਾ ਮੈਂ ਕਹੂੰਗਾ ਕਿ ਅਸੀਂ ਹਰ ਬੱਚੇ ਦਾ ਚਾਹੁੰਦੇ ਹਾਂ ਕਿ 100% ਵੀਜ਼ਾ ਲੱਗੇ, ਪਰ ਕੁਝ ਚੀਜ਼ਾਂ ਹੁੰਦੀਆਂ ਨੇ ਜਿਹਦੇ ਕਰਕੇ ਉਹ ਰਿਫਿਊਜ਼ ਹੋ ਜਾਂਦਾ ਹੈ। ਪਰ ਕੈਨੇਡਾ ਵੱਲੋਂ ਦੇਖੋ ਬਹੁਤ ਹੀ ਇੱਕ ਵਧੀਆ ਖੁਸ਼ਖਬਰੀ ਹੈ ਕਿ ਜਿਹੜੇ ਇਸ ਇਨਟੇਕ ਦੇ ਬੱਚੇ ਨੇ ਜਿਨ੍ਹਾਂ ਦੇ ਮਈ ਜੂਨ ਅਪਲਾਈ ਕੀਤਾ ਸੀ ਉਹਨਾਂ ਦੇ ਵੀਜ਼ਾ ਬਹੁਤ ਵਧੀਆ ਆ ਰਹੇ ਨੇ, ਬਹੁਤ ਵਧੀਆ ਵੀਜ਼ਾ ਜਿਹੜੇ ਨੇ ਉਹਨਾਂ ਦੇ ਰੈਗੂਲਰ ਮਿਲ ਰਹੇ ਨੇ ਸਾਨੂੰ, ਔਰ ਸਕਸੈਸ ਰੇਸ਼ੋ ਬਹੁਤ ਅੱਛੀ ਹੋ ਗਈ ਹੈ। ਮੈਂ ਕਹਾਂਗਾ ਜਿੱਥੇ ਪਹਿਲਾਂ 54 ਜਾਂ 60% ਰਿਫਿਊਜ਼ਲ ਰੇਟ ਸੀ, ਉੱਥੇ ਰੇਟ ਜਿਹੜਾ ਹੈ ਮੈਂ ਕਹਾਂਗਾ ਸਕਸੈਸ ਰੇਟ ਜਿਹੜਾ ਵੀਜ਼ਾ ਦਾ ਉਹ ਤੁਹਾਡਾ 80% ਤੱਕ ਪਹੁੰਚ ਗਿਆ ਕਿ 100 ਚੋਂ ਸਿਰਫ 20 ਹੀ ਰਿਫਿਊਜ਼ਲ ਮਿਲਣਗੀਆਂ ਤੁਹਾਨੂੰ, ਬਾਕੀ 70 ਤੋਂ 80% ਤੁਹਾਡਾ ਵੀਜ਼ਾ ਲੱਗ ਰਿਹਾ ਹੈ। ਤਾਂ ਇਹ ਬਹੁਤ ਸੁਨਹਿਰਾ ਟਾਈਮ ਹੈ ਅਗਰ ਤੁਸੀਂ ਅਪਲਾਈ ਕਰਨਾ ਹੈ, ਬੇਸ਼ੱਕ ਸਪਟੰਬਰ ਲਈ ਅਪਲਾਈ ਕਰਨਾ ਹੈ ਤੁਸੀਂ ਅਪਲਾਈ ਕਰ ਸਕਦੇ ਹੋ। ਔਰ ਵੀਜ਼ਾ ਸ਼ੋਰਟੀ ਬਹੁਤ ਜ਼ਿਆਦਾ ਹੈ ਹੁਣ ਇਸ ਟਾਈਮ, ਔਰ ਵੀਜ਼ਾ ਰੈਗੂਲਰ ਲੱਗ ਰਹੇ ਨੇ, ਔਰ ਕੈਨੇਡਾ ਨੇ ਆਪਣੇ ਬਹੁਤ ਸਾਰੇ ਰੂਲ ਜਿਹੜੇ ਨੇ ਉਹ ਲੀਨੀਅੰਟ ਹੋ ਗਏ ਨੇ ਥੋੜਾ, ਔਰ ਇਸ ਵਜ੍ਹਾ ਕਰਕੇ ਜਿਹੜਾ ਇੰਟਰਨੈਸ਼ਨਲ ਸਟੂਡੈਂਟਸ ਨੂੰ ਬੁਲਾ ਰਹੇ ਨੇ ਕਿ ਤੁਸੀਂ ਆ ਕੇ ਸਾਡੇ ਕੋਲ ਪੜ੍ਹੋ। ਜੀ ਬਿਲਕੁਲ, ਕਿਉਂਕਿ ਜਿੱਥੇ ਆਪਾਂ ਗੱਲ ਕਰਦੇ ਹਾਂ ਚਲੋ ਰਿਫਿਊਜ਼ਲ ਰੇਟ ਜਿਹੜਾ ਘਟ ਗਿਆ ਹੈ, ਜੋ ਸਕਸੈਸ ਰੇਟ ਜ਼ਿਆਦਾ ਹੋ ਗਿਆ, ਪਰ ਆਲਰੇਡੀ ਜਿਨ੍ਹਾਂ ਦੀ ਪਹਿਲਾਂ ਰਿਫਿਊਜ਼ਲ ਆਈ ਹੋਈ ਹੈ, ਇੱਕ ਵਾਰੀ ਜਾਂ ਦੋ ਵਾਰ ਰਿਫਿਊਜ਼ਲ ਆ ਗਈ ਹੈ, ਉਹਨਾਂ ਦੇ ਉੱਪਰ ਕਿਸ ਤਰ੍ਹਾਂ ਦੀ ਵਰਕਿੰਗ ਦੇ ਨਾਲ ਸਕਸੈਸਫੁਲੀ ਵੀਜ਼ਾਸ ਲਏ ਜਾ ਰਹੇ ਨੇ, ਕਿਉਂਕਿ ਰੀਸੈਂਟਲੀ ਤੁਹਾਡੇ ਕਾਫੀ ਵੀਜ਼ਾਸ ਆਏ ਵੀ ਨੇ ਜੀ। ਦੇਖੋ, ਮੈਂ ਗੱਲ ਕਰਨਾ ਚਾਹਾਂਗਾ ਅਸੀਂ ਉਹਨਾਂ ਬੱਚਿਆਂ ਦੀ ਗੱਲ ਕਰਦੇ ਹਾਂ ਜਿਹੜੇ ਬੱਚਿਆਂ ਦੇ ਜਨਵਰੀ ਇਨਟੇਕ ਦੇ ਵਿੱਚ ਜਾਂ ਜਨਵਰੀ ਦੇ ਵਿੱਚ ਜਿਹੜੇ ਵੀ ਬੱਚੇ ਰਿਫਿਊਜ਼ ਹੋ ਗਏ ਸੀ, ਉਹ ਬੱਚੇ ਬਹੁਤ ਸਾਰੇ ਬੱਚੇ ਜਿਹੜੇ ਨੇ ਸਾਡੇ ਕੋਲ ਆਏ, ਅਸੀਂ ਉਹਨਾਂ ਦਾ ਦੁਬਾਰਾ ਰੀਅਪਲਾਈ ਕੀਤਾ ਔਰ ਰੀਅਪਲਾਈ ਕਰਨ ਤੋਂ ਬਾਅਦ ਰੈਗੂਲਰ ਮੈਂ ਕਹਾਂਗਾ ਬੱਚਿਆਂ ਦੇ ਵੀਜ਼ਾ ਆ ਰਹੇ ਨੇ। ਜਿਹੜੇ ਇੱਕ ਵਾਰੀ ਰਿਫਿਊਜ਼ ਸੀ ਉਹਨਾਂ ਦਾ ਵੀ ਵੀਜ਼ਾ ਆਇਆ ਹੈ, ਜਿਹੜੇ 2 ਵਾਰੀ ਰਿਫਿਊਜ਼ ਸੀ ਉਹਨਾਂ ਦਾ ਵੀ ਵੀਜ਼ਾ ਆਇਆ ਹੈ, ਈਵਨ 3 ਵਾਰੀ ਰਿਫਿਊਜ਼ ਦਾ ਵੀ ਵੀਜ਼ਾ ਆਇਆ ਹੈ। ਮੇਰੇ ਕੋਲ ਕੁਝ ਪਾਸਪੋਰਟ ਨੇ ਜਿਹੜੇ ਕੱਲ੍ਹ ਹੀ ਸਾਡੇ ਕੋਲ ਵੀਜ਼ਾ ਆਏ ਨੇ। ਇੱਕ ਪਾਸਪੋਰਟ ਹੈਗਾ ਬੱਚੇ ਦਾ, ਇਹ ਬੱਚੇ ਦਾ ਵੀ ਪਹਿਲਾਂ ਰਿਫਿਊਜ਼ ਸੀ ਔਰ ਇਹਦਾ ਵੀ ਵੀਜ਼ਾ ਜਿਹੜਾ ਸਾਨੂੰ ਕੱਲ ਮਿਲਿਆ ਹੈ। ਇਹ ਬੱਚਾ ਇੱਕ ਵਾਰੀ ਰਿਫਿਊਜ਼ ਸੀ। ਐਵੇਂ ਹੀ ਮੇਰੇ ਕੋਲ ਹੋਰ 3 ਪਾਸਪੋਰਟ ਨੇ, 3 ਵੀਜ਼ਾਸ ਹੈਗੇ ਨੇ, PPR ਨੇ। ਇਹਨਾਂ ਤਿੰਨਾਂ ਨੂੰ ਮੈਂ ਦੱਸਾਂ, ਇੱਕ ਸਤਵੀਰ ਕੌਰ ਹੈ, ਇੱਕ ਮਨਜੋਤ ਸਿੰਘ ਹੈ ਔਰ ਇੱਕ ਕੋਮਲ ਕੌਰ ਹੈ। ਇਹਨਾਂ ਤਿੰਨਾਂ ਬੱਚਿਆਂ ਦੇ ਜਿਹੜੇ ਵੀਜ਼ਾ ਨੇ ਉਹ ਰਿਫਿਊਜ਼ਲ ਤੋਂ ਬਾਅਦ ਆਏ ਨੇ। ਇਟ ਮੀਨਸ ਕਿ ਇੱਕ ਬੱਚੇ ਦੇ 3 ਵਾਰੀ ਰਿਫਿਊਜ਼ ਸੀ, ਉਹਦਾ 3 ਵਾਰੀ ਰਿਫਿਊਜ਼ਲ ਤੋਂ ਬਾਅਦ ਵੀਜ਼ਾ ਆਇਆ। ਤਾਂ ਅਗਰ ਤੁਸੀਂ ਵੀ ਰਿਫਿਊਜ਼ ਹੋ, ਜਨਵਰੀ 'ਚ ਰਿਫਿਊਜ਼ ਹੋ ਗਏ ਜਾਂ ਹੁਣ ਰਿਫਿਊਜ਼ ਹੋ ਗਏ, ਅਸੀਂ ਰਿਫਿਊਜ਼ਲ ਦੀ ਫਾਈਲ ਨੂੰ ਬਹੁਤ ਅੱਛੇ ਢੰਗ ਨਾਲ ਲਾਉਣ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਹਮੇਸ਼ਾ ਜੈਨੂਇਨ ਪ੍ਰੋਫਾਈਲ ਫੜ ਕੇ ਉਹਨਾਂ ਦੇ ਪ੍ਰੋਪਰ ਤਰੀਕੇ ਨਾਲ ਦੇਖ ਕੇ ਕਿ ਕੀ ਕਮੀਆਂ ਰਹਿ ਗਈਆਂ ਪਿਛਲੀ ਵਾਰੀ, ਔਰ ਉਹਦੇ 'ਚ ਦੇਖੋ ਕਈ ਵਾਰੀ ਕੀ ਹੁੰਦਾ ਕਿ ਹੁਣ 7 ਬੈਂਡ ਵਾਲੇ ਦੀ ਵੀ ਰਿਫਿਊਜ਼ਲ ਆਈ। ਬਿਲਕੁਲ ਦੇਖਿਆ ਗਿਆ, ਇਹ ਨਹੀਂ ਹੈ ਕਿ 7 ਬੈਂਡ ਵਾਲਾ ਜਿਹੜਾ ਹੈ ਰਿਫਿਊਜ਼ ਹੋ ਗਿਆ ਤਾਂ ਵੀਜ਼ਾ ਨਹੀਂ ਲੈ ਸਕਦਾ। 7 ਬੈਂਡ ਵਾਲਾ ਐਲੀਜੀਬਲ ਹੈ ਔਰ ਉਹਨੂੰ ਵੀਜ਼ਾ ਮਿਲਣਾ ਚਾਹੀਦਾ ਹੈ, ਬਟ ਕੁਝ ਕੁ ਚੀਜ਼ਾਂ ਦੇ ਕਰਕੇ ਕਿ ਤੁਸੀਂ ਜਿਹੜੇ ਏਜੰਟ ਨੇ, ਦੇਖੋ ਮੈਂ ਗੱਲ ਕਰਾਂਗਾ ਨਵੇਂ ਏਜੰਟਸ ਦੀ,
ਜਾਂ ਇਹੋ ਜਿਹੇ ਏਜੰਟ ਜਿਨ੍ਹਾਂ ਨੂੰ ਜ਼ਿਆਦਾ ਪਤਾ ਨਹੀਂ ਹੁੰਦਾ ਫਾਈਲਿੰਗ ਦਾ, ਔਰ ਤੁਸੀਂ ਆਪਦੀ ਰਿਸ਼ਤੇਦਾਰੀ ਕਰਕੇ ਜਾਂ ਨਜ਼ਦੀਕ ਹੋਣ ਦੇ ਕਰਕੇ ਤੁਸੀਂ ਉੱਥੇ ਪਹੁੰਚ ਜਾਂਦੇ ਹੋ ਕਿ ਮੇਰੇ ਬਹੁਤ ਕਲੋਜ਼ ਆ ਜਾਂ ਬਹੁਤ ਨੇੜੇ, ਮੇਰਾ ਜ਼ਿਆਦਾ ਰਸਤਾ ਨਹੀਂ ਹੈ। ਪਰ ਉਹਨਾਂ ਚੀਜ਼ਾਂ ਦੇ ਵਿੱਚ ਕੀ ਹੁੰਦਾ ਕਿ ਉਹ ਜਿਹੜੀ ਤੁਹਾਡੀ ਫਾਈਲ ਆ ਉਹ ਪ੍ਰੋਪਰ ਲੱਗ ਨਹੀਂ ਪਾਉਂਦੀ, ਔਰ ਉਹ ਵੀਜ਼ਾ ਜਿਹੜਾ ਹੈ ਉਹ ਤੁਹਾਨੂੰ ਨਹੀਂ ਮਿਲ ਪਾਉਂਦਾ। ਬਹੁਤ ਸਾਰੇ ਮੈਂ ਕਹਾਂਗਾ ਕਿ ਇਸ ਇਨਟੇਕ 'ਚ ਵੀਜ਼ਾ ਸੀ ਜਿਨ੍ਹਾਂ ਦੇ 7 ਬੈਂਡ ਸੀ, 6 ਈਚ ਬੈਂਡ ਸੀ, ਪਰ ਉਹਨਾਂ ਨੂੰ ਵੀਜ਼ਾ ਨਹੀਂ ਮਿਲੇ। ਅਸੀਂ ਉਹਨਾਂ ਸਾਰੇ ਬੱਚਿਆਂ ਨੂੰ ਚੈਲੰਜ ਨਾਲ ਕਹਿੰਦੇ ਹਾਂ ਕਿ ਉਹ ਸਾਡੇ ਕੋਲ ਇੱਕ ਵਾਰੀ ਜ਼ਰੂਰ ਆਉਣ, ਔਰ ਤੁਹਾਡਾ ਵੀਜ਼ਾ ਅਸੀਂ 100% ਸ਼ੋਰਟੀ ਨਾਲ ਲੈ ਕੇ ਦੇਵਾਂਗੇ, ਔਰ ਜੋ ਵੀ ਖਰਚਾ ਹੋਏਗਾ ਅਸੀਂ ਆਪਣੇ ਕੋਲੋਂ ਲਾਵਾਂਗੇ, ਤੁਹਾਡੇ ਤੋਂ ਅਸੀਂ 1 ਵੀ ਰੁਪਇਆ ਨਹੀਂ ਲਵਾਂਗੇ। ਤਾਂ ਜਿਹੜਾ ਵੀਜ਼ਾ ਹੈ ਉਹ ਤੁਹਾਡੀ SOP ਤੇ ਬਹੁਤ ਕੁਝ ਡਿਪੈਂਡ ਕਰਦਾ ਹੈ, ਤੁਹਾਡੀ ਪ੍ਰੋਫਾਈਲ ਨੂੰ ਅੱਛਾ ਬਣਾਉਣ ਤੇ ਬਹੁਤ ਕੁਝ ਡਿਪੈਂਡ ਕਰਦਾ ਹੈ, ਤੁਹਾਡੀ ਫਾਈਨੈਂਸ਼ੀਅਲ ਸਿਚੁਏਸ਼ਨ ਨੂੰ ਦਿਖਾਉਣਾ ਬਹੁਤ ਜ਼ਰੂਰੀ ਹੈ, ਕਿਉਂਕਿ ਬਹੁਤ ਸਾਰੇ ਬੱਚੇ ਨੇ ਜਿਨ੍ਹਾਂ ਤੇ 2 ਰੀਜ਼ਨ ਲੱਗ ਕੇ ਆਉਂਦੇ ਨੇ। ਉਹਨਾਂ ਵਿੱਚੋਂ ਇੱਕ ਰੀਜ਼ਨ ਇਹ ਹੁੰਦਾ ਕਿ ਤੁਸੀਂ ਕੈਨੇਡਾ ਲੀਵ ਨਹੀਂ ਕਰੋਗੇ। ਇਟ ਮੀਨਸ ਕਿ ਜਦੋਂ ਤੁਸੀਂ ਕੈਨੇਡਾ ਉੱਥੇ ਜਾ ਕੇ ਪੜ੍ਹੋਗੇ ਤਾਂ ਤੁਸੀਂ ਵਾਪਸ ਨਹੀਂ ਆਓਗੇ। ਇਹ ਇਸ ਕਰਕੇ ਲੱਗਦਾ ਜਦੋਂ ਤੁਸੀਂ ਫਾਈਨੈਂਸ਼ੀਅਲ ਸਿਚੁਏਸ਼ਨ ਜਿਹੜੀ ਆਪਣੀ ਉਹ ਅੱਛੇ ਤਰੀਕੇ ਨਾਲ ਨਹੀਂ ਦੱਸ ਪਾਉਂਦੇ, ਜਾਂ ਤੁਸੀਂ ਆਪਣੀ SOP 'ਚ ਜਾਂ ਤੁਸੀਂ ਇਹੋ ਜਿਹੇ ਡਾਕੂਮੈਂਟੇਸ਼ਨ ਜਿਹੜੀ ਉਹ ਨਹੀਂ ਲਾਈ ਹੋਈ ਕਿ ਵੀਜ਼ਾ ਆਫਿਸਰ ਨੂੰ ਲੱਗੇ ਕਿ ਇਹ ਘਰ ਤੋਂ ਬਹੁਤ ਜਿਹੜਾ ਹੈ ਵਧੀਆ ਹੈ, ਜਾਂ ਘਰ ਤੋਂ ਫਾਈਨੈਂਸ਼ੀਅਲ ਸਿਚੁਏਸ਼ਨ ਜਿਹੜੀ ਇਹਦੀ ਬਹੁਤ ਵਧੀਆ ਹੈ, ਔਰ ਇਹਦੇ ਪੇਰੈਂਟਸ ਜਿਹੜੇ ਨੇ ਇਹਦਾ ਪੈਸਾ ਭਰ ਪਾਉਣਗੇ। ਪਰ ਬਹੁਤ ਸਾਰੇ ਕੇਸਿਸ 'ਚ ਐਵੇਂ ਹੁੰਦਾ ਹੈ ਕਿ ਅਸੀਂ 4 ਲੱਖ 5 ਲੱਖ ਇਨਕਮ ਲਗਾ ਦਿੰਦੇ ਹਾਂ, ਜਾਂ ਹੋਰ ਕੁਝ ਅਸੀਂ ਸੋਰਸਸ, ਜਾਂ ਅਸੀਂ ਲਗਾਉਂਦੇ ਹੀ ਨਹੀਂ ਕੁਝ SDS ਦੇ ਵਿੱਚ। ਤਾਂ ਫਿਰ ਉਹਨਾਂ ਸਭ ਚੀਜ਼ਾਂ ਦੇ ਕਰਕੇ ਇਹ ਇੱਕ ਜਿਹੜੀ ਆਬਜੈਕਸ਼ਨ ਉਹ ਲੱਗਦੀ ਹੈ, ਨੈਗੇਟਿਵ ਪੁਆਇੰਟ ਹੋ ਜਾਂਦਾ ਹੈ। ਬਿਲਕੁਲ। ਦੂਸਰੀ ਆਬਜੈਕਸ਼ਨ ਲੱਗਦੀ ਹੈ ਜੀ ਤੁਹਾਡਾ ਜਿਹੜਾ ਕੋਰਸ ਆ ਉਹ ਰੈਲੇਵੈਂਟ ਨਹੀਂ ਹੈਗਾ। ਹੁਣ ਕੋਰਸ ਰੈਲੇਵੈਂਟ ਨਹੀਂ ਹੈਗਾ, ਉਹਦੇ ਵੀ ਅਲੱਗ-ਅਲੱਗ ਰੀਜ਼ਨ ਹੋ ਸਕਦੇ ਨੇ। ਮੈਂ ਪਿੱਛੇ ਹੀ ਗੱਲ ਕਰਾਂਗਾ ਕਿ ਪਿਛਲੇ 2-4 ਦਿਨ ਪਹਿਲਾਂ ਹੀ ਮੇਰੇ ਕੋਲ ਇੱਕ ਸਟੂਡੈਂਟ ਆਇਆ ਜਿਨੇ IT ਬੈਚਲਰ ਇਨ IT ਕਰੀ ਹੋਈ ਸੀ, ਔਰ ਉਹ ਬੱਚੇ ਨੇ ਇੱਕ ਕਾਲਜ 'ਚ ਅਪਲਾਈ ਕੀਤਾ। ਮੈਂ ਉਹਦਾ ਨਾਮ ਨਹੀਂ ਲੈਣਾ ਚਾਹਾਂਗਾ, ਔਰ ਨਾ ਹੀ ਜਿਸ ਏਜੰਟ ਨੇ ਅਪਲਾਈ ਕੀਤਾ ਉਹਦਾ ਨਾਮ ਲੈਣਾ ਚਾਹਾਂਗਾ। 7 ਬੈਂਡ ਵਾਲਾ ਬੱਚਾ ਹੈ, ਔਰ ਉਹ ਰਿਫਿਊਜ਼ ਹੋ ਗਿਆ। ਉਹਦਾ ਰੀਜ਼ਨ ਇਹ ਸੀ, ਮੈਂ ਉਹਨੂੰ ਪੁੱਛਿਆ ਤੂੰ ਕਿਹੜੇ ਕਾਲਜ ਵਿੱਚ ਅਪਲਾਈ ਕੀਤਾ, ਤਾਂ ਉਹਨੇ ਜਿਹੜਾ ਸੀ ਅੰਡਰ ਗ੍ਰੈਜੂਏਟ ਮੈਂ ਕਹਾਂਗਾ ਡਿਪਲੋਮੇ 'ਚ ਅਪਲਾਈ ਕੀਤਾ ਹੋਇਆ ਸੀ, ਔਰ ਉਹ ਵੀ ਮੈਂ ਚਿਲਡਰਨ ਐਜੂਕੇਸ਼ਨ 'ਚ ਅਪਲਾਈ ਕੀਤਾ ਸੀ। ਅਰਲੀ ਚਾਈਲਡਹੁੱਡ ਐਜੂਕੇਸ਼ਨ ਦਾ ਇੱਕ ਪ੍ਰੋਗਰਾਮ ਹੈ, ਉਹਦੇ 'ਚ ਅਪਲਾਈ ਕੀਤਾ ਹੋਇਆ ਸੀ, ਜਿੰਦੇ ਨਾਲ ਉਹਦਾ ਕੋਈ ਲੈਣਾ ਦੇਣਾ ਹੀ ਨਹੀਂ ਹੈਗਾ। ਇਟ ਮੀਨਸ ਕਿ ਇੱਕ IT ਵਾਲਾ ਬੱਚਾ, ਉਹਨੂੰ ਤੁਸੀਂ ਕੋਰਸ ਦੇ ਰਹੇ ਹੋ 2 ਸਾਲ ਦਾ ਡਿਪਲੋਮਾ, ਉਹ ਵੀ ਅੰਡਰ ਗ੍ਰੈਜੂਏਟ ਡਿਪਲੋਮਾ ਦੇ ਰਹੇ ਹੋ, ਔਰ ਉਹ ਵੀ ਅਰਲੀ ਚਾਈਲਡਹੁੱਡ ਐਜੂਕੇਸ਼ਨ, ਜਿੰਦੇ ਨਾਲ ਉਹਦਾ ਕੋਈ ਲੈਣਾ ਦੇਣਾ ਨਹੀਂ ਹੈ। ਉਹ ਬੱਚੇ ਨੂੰ 4 ਵਾਰੀ ਇੱਕ ਹੀ ਕੋਰਸ ਵਿੱਚ ਰਿਫਿਊਜ਼ ਕਰਵਾਇਆ ਗਿਆ। ਇਟ ਮੀਨਸ ਕਿ ਉਸ ਬੱਚੇ ਦਾ ਵਾਰ-ਵਾਰ ਸੇਮ ਕੋਰਸ ਵਿੱਚ ਅਪਲਾਈ ਕੀਤਾ ਗਿਆ। ਉਹ ਮੇਰੇ ਕੋਲ ਆਇਆ ਤੇ ਉਹ ਬੱਚਾ ਬਹੁਤ ਹੀ ਹਤਾਸ਼ ਹੋਇਆ ਸੀ, ਬਿਕੋਜ਼ ਉਹਨੂੰ ਲੱਗਿਆ ਕਿ ਦੇਖੋ ਉਹਨੇ ਮੇਰਾ ਪ੍ਰੋਗਰਾਮ ਦੇਖਿਆ ਔਰ ਮੇਰੇ ਕੋਲ ਪਹੁੰਚਿਆ। ਤਾਂ ਇਸ ਕਰਕੇ ਅਸੀਂ ਉਹਨੂੰ ਗਾਈਡੈਂਸ ਦਿੱਤੀ, ਔਰ ਮੈਨੂੰ ਛੋਟੀ ਦਿਲਾਈ ਕਿ ਤੇਰਾ ਵੀਜ਼ਾ ਆਏਗਾ, ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹੈ। ਤਾਂ ਇਸ ਕਰਕੇ ਬਹੁਤ ਸਾਰੀਆਂ ਚੀਜ਼ਾਂ ਇੱਦਾਂ ਦੀਆਂ ਹੁੰਦੀਆਂ ਨੇ ਇੰਡਸਟਰੀ ਦੇ ਵਿੱਚ ਕਿ ਕੁਝ ਘੱਟ ਨੌਲੇਜ ਦੇ ਕਰਕੇ ਜਾਂ ਐਕਸਪੀਰੀਅੰਸ ਘੱਟ ਹੋਣ ਦੇ ਕਰਕੇ ਕੁਝ ਗਲਤ ਡਿਸੀਜਨ ਲੈ ਜਾਂਦੇ ਨੇ, ਜਿਸ ਵਜ੍ਹਾ ਕਰਕੇ ਜਿਹੜਾ ਰਿਫਿਊਜ਼ਲ ਰੇਟ ਬਹੁਤ ਹਾਈ ਹੋ ਜਾਂਦਾ ਹੈ, ਜਾਂ ਰਿਫਿਊਜ਼ਲ ਜਿਹੜਾ ਅੱਛੇ ਕਲਾਇੰਟ ਦਾ ਵੀ ਆਉਂਦਾ ਹੈ। ਜੀ ਬਿਲਕੁਲ ਸਹੀ ਕਿਹਾ ਤੁਸੀਂ। ਤੇ ਇਸ ਲਈ ਆਪਣੇ ਦਰਸ਼ਕਾਂ ਨੂੰ ਵੀ ਜ਼ਰੂਰ ਕਹਿਣਾ ਚਾਹਾਂਗੇ ਕਿ ਜੇਕਰ ਤੁਹਾਡੀ ਵੀ ਪ੍ਰੋਫਾਈਲ 'ਚ ਕਿਤੇ ਕੋਈ ਰਿਫਿਊਜ਼ਲ ਪਹਿਲਾਂ ਲੱਗ ਚੁੱਕੀ ਹੈ, 1 ਵਾਰ 2 ਵਾਰ ਜਾਂ 3 ਵਾਰ, ਤਾਂ ਤੁਸੀਂ ਬਿਲਕੁਲ ਵੀ ਹਤਾਸ਼ ਨਾ ਹੋਵੋ। ਜੋ ਲਗਾਤਾਰ ਨੰਬਰ ਡਿਸਪਲੇ ਹੋ ਰਿਹਾ ਸਕਰੀਨ ਦੇ ਉੱਪਰ, ਇਸ ਉੱਪਰ ਕਾਲ ਕਰਕੇ ਤੁਸੀਂ ਈਜ਼ੀਵੇ ਕੰਸਲਟੈਂਸੀ ਤੋਂ ਸਲਾਹ ਲੈ ਸਕਦੇ ਹੋ। ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ ਇਹਨਾਂ ਦੇ ਆਫਿਸ ਵਿੱਚ, ਚੰਡੀਗੜ੍ਹ ਸੈਕਟਰ 17 ਵਿੱਚ ਇਹਨਾਂ ਦਾ ਜੋ ਆਫਿਸ ਹੈ। ਬਾਕੀ ਹੋਰ ਬ੍ਰਾਂਚਿਸ ਦੀ ਡਿਟੇਲ ਵੀ ਜੋ ਹੈ ਸਕਰੋਲ ਦੇ ਵਿੱਚ ਚੱਲ ਰਹੀ ਹੈ, ਤੁਹਾਨੂੰ ਜਿੱਥੇ ਨੇੜੇ ਲੱਗੇ ਤੁਸੀਂ ਜ਼ਰੂਰ ਆਪਣੇ ਡਾਕੂਮੈਂਟਸ ਲੈ ਕੇ ਆਓ, ਵਿਜ਼ਿਟ ਕਰੋ, ਸਹੀ ਗਾਈਡੈਂਸ ਦੇ ਨਾਲ ਅੱਗੇ ਵਧੋ, ਤਾਂ ਕਿ ਰਿਫਿਊਜ਼ਲ ਪਹਿਲਾਂ ਭਾਵੇਂ ਆ ਗਈ ਹੈ, ਜਿਵੇਂ ਇਹਨਾਂ ਨੇ ਹੁਣੇ ਦਿਖਾਇਆ PPR ਆਈਆਂ ਨੇ ਜਾਂ ਵੀਜ਼ਾਸ ਲੱਗੇ ਨੇ, ਇਹਨਾਂ ਸਟੂਡੈਂਟਸ ਦੇ ਵੀ ਪਹਿਲਾਂ 2-2 3-3 ਵਾਰ ਰਿਫਿਊਜ਼ਲ ਆ ਚੁੱਕੀ ਸੀ, ਬਟ ਅੱਜ ਸਕਸੈਸਫੁਲੀ ਵੀਜ਼ਾਸ ਆ ਚੁੱਕੇ ਨੇ। ਤੇ ਥੋੜੀ ਜਿਹੀ ਇਹਨਾਂ ਪ੍ਰੋਫਾਈਲ ਬਾਰੇ ਡਿਸਕਸ ਕਰਨਾ ਚਾਹੂੰਗੀ ਤਾਂ ਕਿ ਸਟੂਡੈਂਟਸ ਜਿਹੜੇ ਸ਼ੋਅ ਵੇਖ ਰਹੇ ਨੇ ਉਹ ਵੀ ਰਿਲੇਟ ਕਰ ਸਕਣ, ਕਿਸ ਤਰ੍ਹਾਂ ਦੀ ਰਿਫਿਊਜ਼ਲਸ ਇਹਨਾਂ ਦੇ ਕੇਸ ਵਿੱਚ ਲੱਗੀਆਂ ਹੋਈਆਂ ਸੀ, ਕਿਵੇਂ ਤੁਹਾਡੀ ਕੰਪਨੀ ਵੱਲੋਂ ਜਾਂ ਤੁਹਾਡੇ ਕੰਸਲਟੈਂਟਸ ਵੱਲੋਂ ਕੰਮ ਕੀਤਾ ਗਿਆ ਤੇ ਸਕਸੈਸਫੁਲੀ ਵੀਜ਼ਾ ਲਏ ਗਏ। ਬਿਲਕੁਲ। ਦੇਖੋ ਇਹਨਾਂ ਬੱਚਿਆਂ ਦੇ ਵਿੱਚੋਂ ਮੈਂ ਇੱਕ ਪਹਿਲਾਂ ਸਤਵੀਰ ਕੌਰ ਹੈ ਜੀ, ਇਹ ਬੱਚੀ ਦਾ ਵੀ ਪਹਿਲਾਂ ਵੀਜ਼ਾ ਅਪਲਾਈ ਹੋਇਆ ਸੀ ਕਿਤੋਂ, ਕਿਸੇ ਹੋਰ ਇੰਸਟੀਚਿਊਟ ਤੋਂ ਅਪਲਾਈਡ ਸੀ ਜੀ, ਔਰ ਇਸ ਬੱਚੇ ਦੇ ਜਿਹੜੇ ਬੈਂਡ ਨੇ 6 ਏਜ ਸੀ ਜੀ, ਔਰ ਫਿਰ ਵੀ ਇਹਦੀ ਰਿਫਿਊਜ਼ਲ ਆ ਗਈ ਸੀ। ਅਸੀਂ ਦੁਬਾਰਾ ਇਹਦਾ ਵੀਜ਼ਾ ਅਪਲਾਈ ਕੀਤਾ, ਔਰ ਇਹਦਾ ਵੀਜ਼ਾ ਜਿਹੜਾ ਹੈ ਸਾਨੂੰ ਵਿਦਨ 15 to 20 ਡੇਜ਼ ਵਿੱਚ ਮਿਲਿਆ ਜੀ। ਔਰ ਇਹ ਮੈਂ ਕਰਾਂਗਾ, ਇੱਕ ਇੱਥੇ ਬੱਚਾ ਹੈਗਾ, ਸਾਰੇ ਦਾ ਡਿਸਕਸ ਨਹੀਂ ਕਰ ਪਾਵਾਂਗੇ, ਇਹ ਮਨਜੋਤ ਸਿੰਘ ਹੈਗਾ ਜੀ, ਔਰ ਇੱਕ ਕੋਮਲ ਕੌਰ ਹੈ। ਕੋਮਲ ਕੌਰ ਦਾ ਯਾਰਕਵਿਲੇ ਯੂਨੀਵਰਸਿਟੀ 'ਚ ਪਹਿਲਾਂ ਅਪਲਾਈਡ ਸੀ, ਔਰ ਉਹਦਾ ਵੀਜ਼ਾ ਉੱਥੇ ਨਹੀਂ ਆਇਆ ਸੀ। ਅਸੀਂ ਸੇਮ ਯੂਨੀਵਰਸਿਟੀ ਵਿੱਚ ਵੀਜ਼ਾ ਲੈ ਕੇ ਦਿੱਤਾ, ਕੁਝ ਵੀ ਚੇਂਜ ਨਹੀਂ ਕੀਤਾ, ਸਿਰਫ ਆਪਣੀ SOP ਤੇ ਕੰਮ ਕੀਤਾ।
ਸਿਰਫ ਉਹਦੀ ਫਾਈਨੈਂਸ਼ੀਅਲਸ ਤੇ ਕੰਮ ਕੀਤਾ ਔਰ ਉਹਨੂੰ ਐਕਚੁਅਲ ਚ ਦੱਸਣ ਦੀ ਕੋਸ਼ਿਸ਼ ਕੀਤੀ ਕਿ ਉਹਦੀ ਬੈਕਗ੍ਰਾਉਂਡ ਕੀ ਹੈ। ਇਹੀ ਦੋਨੋਂ ਰੀਜ਼ਨ ਸੀ ਜਿਨ੍ਹਾਂ ਕਰਕੇ ਉਹ ਰਿਫਿਊਜ਼ ਸੀ। ਉਹਦਾ ਦੁਬਾਰਾ ਫਿਰ ਵੀਜ਼ਾ ਆਇਆ। ਠੀਕ ਹੈ। ਤਾਂ ਇਸ ਤਰ੍ਹਾਂ ਹੀ ਕਾਫੀ ਕੇਸਿਸ ਹੈਗੇ ਨੇ ਜਿਹੜੇ ਅਸੀਂ ਡਿਸਕਸ ਕਰ ਸਕਦੇ ਹਾਂ ਜਿਨ੍ਹਾਂ ਦੇ ਵੀਜ਼ਾ ਆਏ ਨੇ ਔਰ ਉਹਨਾਂ ਦੀ ਜਿਹੜੀ ਤੁਸੀਂ ਬੇਸ਼ੱਕ ਉਹਨਾਂ ਨੂੰ ਮਿਲ ਵੀ ਸਕਦੇ ਹੋ ਜੇ ਕਿਸੇ ਨੂੰ ਕੋਈ ਡਾਊਟ ਹੋਵੇ ਤਾਂ ਪ੍ਰੋਪਰ ਉਹਨਾਂ ਦਾ ਨੰਬਰ ਵੀ ਲੈ ਸਕਦੇ ਹੋ ਸਾਡੇ ਤੋਂ। ਤਾਂ ਹੋਰ ਵੀ ਇਸ ਤਰ੍ਹਾਂ ਦੇ ਰੈਗੂਲਰ ਵੀਜ਼ਾ ਆ ਰਹੇ ਨੇ ਜੀ ਜੀ। ਬਾਕੀ ਜਿਹੜੀ ਮੈਂ ਤੁਹਾਨੂੰ ਗੱਲ ਦੱਸਣੀ ਚਾਹਾਂਗਾ ਕਿ ਤੁਸੀਂ ਅਗਰ ਕਿਸੇ ਵੀ ਕੋਰਸ 'ਚ ਅਪਲਾਈ ਕਰਦੇ ਹੋ ਤੁਸੀਂ ਪਹਿਲਾਂ ਆਪਣੀ ਪ੍ਰੋਫਾਈਲ ਜ਼ਰੂਰ ਚੈੱਕ ਕਰੋ, ਤੁਹਾਡੀ ਪ੍ਰੋਫਾਈਲ ਕਿਸ ਚੀਜ਼ ਲਈ ਐਲੀਜੀਬਲ ਹੈਗੀ ਹੈ ਔਰ ਕੀ ਤੁਹਾਡੀ ਉਹ ਬੈਂਡ ਸਕੋਰ ਹੈਗੇ ਨੇ। ਇਹ ਸਭ ਚੀਜ਼ਾਂ ਬਹੁਤ ਜ਼ਰੂਰੀ ਨੇ। ਮੇਰੇ ਇੱਕ ਬੱਚੇ ਦਾ ਮੈਂ ਦੱਸਾਂਗਾ ਕਿ ਰਿਫਿਊਜ਼ਲ ਕੇਸ ਤੋਂ ਬਾਅਦ ਅਸੀਂ ਵੀਜ਼ਾ ਲਿਆ। ਉਸ ਬੱਚੇ ਦੇ ਨੇ ਕਮਰਸ ਕੀਤਾ ਹੋਇਆ ਸੀ ਔਰ ਉਹਦੇ ਅਕਾਊਂਟਸ ਵਿੱਚੋਂ ਜਿਹੜੇ ਸੀ ਉਹ ਸਿਰਫ ਹੀ 40 ਨੰਬਰ ਸੀ। ਓਕੇ। ਤਾਂ ਏਜੰਟ ਨੇ ਉਹਨੂੰ ਜਿਹੜਾ ਮਾਸਟਰ ਇਨ ਬਿਜ਼ਨਸ ਦਿੱਤਾ ਉਹਦੇ ਚ ਅਕਾਊਂਟ ਦੀ ਸਪੈਸ਼ਲਾਈਜੇਸ਼ਨ ਦੇ ਦਿੱਤੀ। ਓਕੇ। ਇਟ ਮੀਨਸ ਕਿ ਜਦੋਂ ਉਹਦਾ ਵੀਜ਼ਾ ਆਫੀਸਰ ਕੋਲ ਕੇਸ ਗਿਆ ਤਾਂ ਉਦੋਂ ਉਹਨੂੰ ਪਤਾ ਲੱਗਿਆ ਕਿ ਵੀ ਅਕਾਊਂਟ ਸਪੈਸ਼ਲਾਈਜੇਸ਼ਨ ਕਿਵੇਂ ਦੇ ਸਕਦੇ ਹੋ ਜਿਹਦੇ ਨੰਬਰ ਹੀ 40 ਹੈ, ਜਿਸ ਤੋਂ ਪਹਿਲਾਂ ਹੀ ਵੀਕ ਹੈ ਉਹ ਸਟੂਡੈਂਟ। ਹਾਂ, ਜਿਹੜਾ ਪਹਿਲਾਂ ਹੀ ਵੀਕ ਹੈ। ਤਾਂ ਇਸ ਕਰਕੇ ਦੇਖੋ ਅਸੀਂ ਕਮਰਸ ਵਾਲੇ ਨੂੰ ਬਿਜ਼ਨਸ ਦੇਣਾ ਹੈ, ਸਭ ਨੂੰ ਪਤਾ ਹੈ। ਤਾਂ ਇਸ ਕਰਕੇ ਤੁਸੀਂ ਬਿਜ਼ਨਸ ਦੇਣਾ ਹੈ ਤਾਂ ਉਹਦਾ ਮਤਲਬ ਇਹ ਨਹੀਂ ਹੈ ਕਿ ਉਹਦੇ ਚ ਕੀ ਸਪੈਸ਼ਲਾਈਜੇਸ਼ਨ ਹੈਗੀ ਆ, ਬੱਚਾ ਕਿੱਥੇ ਵੀਕ ਹੈਗਾ। ਉਹਨੂੰ ਤੁਸੀਂ ਮਾਰਕੀਟਿੰਗ ਦੇ ਸਕਦੇ ਸੀ, ਉਹਨੂੰ ਤੁਸੀਂ ਕੁਝ ਹਸਪਿਟੈਲਿਟੀ ਦੇ ਸਕਦੇ ਸੀ, ਮੈਨੇਜਮੈਂਟ ਦਾ ਕੋਰਸ ਦੇ ਸਕਦੇ ਸੀ। ਇੱਦਾਂ ਬਹੁਤ ਸਾਰੇ ਕੋਰਸਿਸ ਨੇ ਰੈਲੇਵੈਂਟ ਜਿਹੜੇ ਦੇ ਸਕਦੇ ਸੀ ਜਿੱਥੇ ਤੁਹਾਨੂੰ ਜ਼ਿਆਦਾ ਜਿਹੜਾ ਹੈਗਾ ਹੈ ਅਕਾਊਂਟਸ ਦੀ ਲੋੜ ਨਹੀਂ ਪੈਣੀ ਸੀ। ਪਰ ਇਸ ਤਰ੍ਹਾਂ ਪ੍ਰੋਫਾਈਲ ਨੂੰ ਸਮਝਿਆ ਨਹੀਂ ਜਾਂਦਾ। ਤੁਸੀਂ ਇੱਕ ਵਧੀਆ ਕੰਸਲਟੈਂਟ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹਦਾ ਕੋਈ ਬਹੁਤ ਵੱਡਾ ਆਫਿਸ ਹੈ ਜਾਂ ਕੁਝ ਵੀ ਹੈ। ਤੁਸੀਂ ਐਕਸਪੀਰੀਅੰਸ ਦੇਖੋ ਬੰਦੇ ਦਾ ਕਿ ਐਕਸਪੀਰੀਅੰਸ ਕਿੰਨਾ ਹੈਗਾ, ਉਹਨੂੰ ਕਿੰਨੇ ਕੁ ਉਹਦੇ ਵੀਜ਼ਾ ਆਉਂਦੇ ਨੇ, ਕੀ ਸਰਟੀਫਿਕੇਸ਼ਨਸ ਹੈਗੀਆਂ ਨੇ ਉਹਦੇ ਕੋਲ, ਕਿਸ ਤਰ੍ਹਾਂ ਦੇ ਉਹਨੇ ਕੋਰਸਿਸ ਕੀਤੇ ਨੇ ਔਰ ਕੀ ਉਹਨੂੰ ਕੀ ਗਾਈਡਲਾਈਨਸ ਮਿਲੀਆਂ ਹੋਈਆਂ ਨੇ, ਕਿਸ ਤਰ੍ਹਾਂ ਦੇ ਇੰਸਟੀਚਿਊਟ ਡਾਇਰੈਕਟਲੀ ਉਹਦੇ ਨਾਲ ਕੰਮ ਕਰਦੇ ਨੇ। ਇਹ ਬਹੁਤ ਜ਼ਰੂਰੀ ਹੈ। ਇਸ ਕਰਕੇ ਤੁਸੀਂ ਜਦੋਂ ਵੀ ਡਿਸਾਈਡ ਕਰਨਾ ਹੈ ਕਿ ਅਸੀਂ ਜਾਣਾ ਹੈ ਤਾਂ ਇੱਕ ਵਧੀਆ ਕੰਸਲਟੈਂਟ ਚੂਜ਼ ਕਰਨਾ ਜਿਹੜਾ ਹੈ ਉਹ ਬਹੁਤ ਜ਼ਰੂਰੀ ਹੈ ਤੁਹਾਡੇ ਲਈ। ਪੇਰੈਂਟਸ ਨੂੰ ਚਾਹੀਦਾ ਹੈ ਕਿ ਉਹ ਖੁਦ ਜਾ ਕੇ ਮਿਲਣ, ਪੇਰੈਂਟਸ ਖੁਦ ਦੇਖਣ। ਕਿਉਂਕਿ ਮੈਂ ਪਿੱਛੇ 1-4-5 ਦਿਨ ਪਹਿਲਾਂ ਵੀਡੀਓ ਦੇਖ ਰਿਹਾ ਸੀ ਕਿ ਕੋਈ ਏਜੰਟ ਹੈ ਉਹਨੇ ਕਿਸੇ ਲੋਕਾਂ ਨੇ ਹੀ ਪਾ ਰੱਖੀ ਸੀ ਉਹਦੇ 'ਚ ਕਿ ਕਿਸੇ ਦਾ ਕੋਈ GIC ਵਿਦ ਫੀਸ ਦਾ ਕੋਈ 15 ਲੱਖ ਰੁਪਇਆ ਲੈ ਕੇ ਭੱਜ ਗਿਆ, ਕੋਈ 20 ਲੱਖ ਰੁਪਇਆ ਲੈ ਕੇ ਭੱਜ ਗਿਆ। ਕੋਈ ਵੀ ਫੀਸ ਜਿਹੜੀ ਹੈ ਤੁਸੀਂ ਕਿਸੇ ਏਜੰਟ ਨੂੰ ਨਹੀਂ ਦੇ ਸਕਦੇ। ਤੁਸੀਂ ਫੀਸ ਡਾਇਰੈਕਟਲੀ ਜਿਹੜੀ ਹੈਗੀ ਆ ਕਾਲਜ 'ਚ ਸਬਮਿਟ ਕਰਨੀ ਹੈ, ਆਪਣੀ ਬੈਂਕ ਤੋਂ ਡਾਇਰੈਕਟਲੀ ਸਬਮਿਟ ਕਰਨੀ ਹੈ ਤਾਂ ਕਿ ਵਿੱਚ ਵਾਲਾ ਕੰਮ ਕੋਈ ਰਵੇ ਨਾ। ਜਦੋਂ ਤੁਸੀਂ ਵਿਚਕਾਰ ਕਿਸੇ ਏਜੰਟ ਨੂੰ ਜਾਂ ਕੋਈ ਹੋਰ ਬੰਦੇ ਨੂੰ ਫੀਸ ਦਿੰਦੇ ਹੋ ਕਿ ਤੁਹਾਨੂੰ ਮੈਂ ਫੀਸ ਪਾਤੀ ਤੁਸੀਂ ਅੱਗੇ ਪਾ ਦਿਓ, ਐਦਾਂ ਪੋਸੀਬਲ ਨਹੀਂ ਹੈਗਾ। ਤੁਹਾਡੀ ਅਕਾਊਂਟ ਤੋਂ ਡਾਇਰੈਕਟਲੀ ਫੀਸ ਜਾਣੀ ਚਾਹੀਦੀ ਹੈ ਤੇ ਤੁਸੀਂ ਆਪ ਫੀਸ ਭੇਜੋ ਤਾਂ ਕਿ ਤੁਹਾਨੂੰ ਇਦਾਂ ਦੀ ਦਿੱਕਤ ਨਾ ਹੋਵੇ। ਕਿਉਂਕਿ ਜਿਹੜਾ ਪੈਸਾ ਉਹ ਬੜੀ ਇਮਾਨਦਾਰੀ ਨਾਲ ਕਮਾਇਆ ਜਾਂਦਾ ਹੈ ਔਰ ਬੜੀ ਮਿਹਨਤ ਮਸ਼ੱਕਤ ਨਾਲ ਤੁਹਾਡਾ ਪੇਰੈਂਟਸ ਜਿਹੜੇ ਨੇ ਉਹ ਕੰਮ ਕਰਦੇ ਨੇ ਔਰ ਫਿਰ ਜਾ ਕੇ ਤੁਹਾਨੂੰ ਜਿਹੜਾ ਹੈ ਉਹ ਪੈਸਾ ਮਿਲਦਾ ਹੈ। ਤੇ ਇਸ ਕਰਕੇ ਤੁਸੀਂ ਬਹੁਤ ਜ਼ਰੂਰ ਜਿਹੜਾ ਹੈ ਇੱਕ ਏਜੰਟ ਨੂੰ ਪ੍ਰੋਪਰ ਤਰੀਕੇ ਨਾਲ ਜਾਣੋ, ਫਿਰ ਤੁਸੀਂ ਉਹਦੇ ਤੋਂ ਜਿਹੜਾ ਹੈ ਫਾਈਲ ਅਪਲਾਈ ਕਰੋ। ਜੀ 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 ਬਿਲਕੁਲ। ਸੋ ਸਾਡੇ ਇਸ ਸ਼ੋਅ ਦਾ ਮਕਸਦ ਵੀ ਇਹੀ ਹੁੰਦਾ ਹਮੇਸ਼ਾ ਕਿ ਸਹੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਈਏ। ਤੁਸੀਂ ਵੀ ਆਪਣੀ ਜ਼ਿੰਮੇਵਾਰੀ ਸਮਝਿਆ ਕਰੋ, ਅਵੇਅਰ ਰਿਹਾ ਕਰੋ, ਆਪਣੀ ਪ੍ਰੋਫਾਈਲ ਬਾਰੇ ਜਾਣਿਆ ਕਰੋ। ਸਭ ਤੋਂ ਖਾਸ ਕਰ ਜਿਸ ਵੀ ਕੰਸਲਟੈਂਟ ਕੋਲ ਜਾ ਰਹੇ ਹੋ ਉਸ ਬਾਰੇ ਜ਼ਰੂਰ ਜਾਣਕਾਰੀ ਲਿਆ ਕਰੋ ਕਿ ਉਹ ਕਿੰਨੇ ਸਾਲਾਂ ਤੋਂ ਕੰਮ ਕਰ ਰਹੇ ਨੇ ਜਾਂ ਉਹਨਾਂ ਦਾ ਕਿਸ ਤਰੀਕੇ ਦੀ ਪ੍ਰੋਫਾਈਲਸ ਉੱਪਰ ਜੋ ਹੈ ਮਾਹਿਰ ਨੇ ਉਹ। ਤੇ ਅਸੀਂ ਹਮੇਸ਼ਾ ਮਾਹਿਰ ਸਲਾਹ ਤੁਹਾਡੇ ਤੱਕ ਪਹੁੰਚਾਉਂਦੇ ਹਾਂ ਤੇ ਤੁਹਾਡੇ ਤੱਕ ਇਸ ਤਰ੍ਹਾਂ ਨਾਲ ਮਾਹਿਰ ਸਲਾਹ ਪਹੁੰਚਾਉਂਦੇ ਵੀ ਰਵਾਂਗੇ। ਗੱਲ ਕਰੀਏ ਤਾਂ ਤੁਹਾਡੀ ਕੰਪਨੀ ਵੱਲੋਂ ਵੀ ਜੋ ਹੈ 3.5 ਲੱਖ ਰੁਪਏ ਦੇ ਵਿੱਚ ਸਟੂਡੈਂਟ ਦੀ ਫੀਸ ਦੇ ਵਿੱਚ ਕੈਨੇਡਾ ਦਾ ਵੀਜ਼ਾ ਲਗਵਾਉਣ ਦੀ ਗੱਲ ਕੀਤੀ ਜਾ ਰਹੀ ਹੈ। ਉਸ ਨੂੰ ਡਿਟੇਲ ਵਿੱਚ ਜਾਣਨਾ ਚਾਹਾਂਗੇ ਤਾਂ ਕਿ ਸਟੂਡੈਂਟਸ ਵੀ ਫਾਇਦਾ ਲੈ ਸਕਣ ਇਸ ਚੀਜ਼ ਦਾ। ਹਾਂ ਬਿਲਕੁਲ ਜੀ। ਦੇਖੋ ਮੇਰੇ ਕੋਲ ਕੁਝ ਕਾਲਜ ਹੈਗੇ ਨੇ ਔਰ ਬੜਾ ਅੱਛਾ ਕਾਲਜ ਹੈ ਉਹ ਜੀ ਟੋਰਾਂਟੋ ਵਿੱਚ ਔਰ ਮਿਸੀਸਾਗਾ 'ਚ ਉਹਦੇ ਕੈਂਪਸ ਹੈ। ਔਰ ਤੁਸੀਂ ਜਿਹੜਾ ਹੈ ਅਗਰ ਜਾਣਾ ਚਾਹੁੰਦੇ ਹੋ ਕੈਨੇਡਾ ਸਟੱਡੀ ਵੀਜ਼ਾ ਲਈ ਜੀ ਔਰ ਅਗਰ ਤੁਹਾਡਾ ਪ੍ਰੋਫਾਈਲ ਜਿਹੜਾ ਹੈਗਾ ਆਰਟਸ ਹੈਗਾ ਜਾਂ ਬਿਜ਼ਨਸ ਹੈਗਾ ਜਾਂ ਮੈਡੀਕਲ ਹੈਗਾ, ਇਹਨਾਂ ਤਿੰਨਾਂ ਪ੍ਰੋਫਾਈਲ ਦੇ ਲਈ ਸਾਡੇ ਕੋਲ ਜਿਹੜੀ ਫੀਸ ਹੈਗੀ ਉਹ ਸਿਰਫ ਹੀ 3.5 ਲੱਖ ਰੁਪਇਆ ਸਾਲ ਦੀ ਹੈਗੀ ਹੈ। ਓਕੇ। ਅਗਰ ਕੋਈ ਬੱਚਾ ਜਾਣਾ ਚਾਹੁੰਦਾ ਹੈ ਤਾਂ ਇਸ ਸੁਨਹਿਰੀ ਮੌਕੇ ਦਾ ਮੈਂ ਕਹਾਂਗਾ ਕਿ ਬੈਨੀਫਿਟ ਲੈ ਸਕਦਾ ਹੈ। ਕਾਲਜ ਦੀ ਟੋਟਲ ਫੀਸ ਜਿਹੜੀ ਹੈ 13-14,000 ਹੈ ਬਟ ਸਪਟੈਂਬਰ ਇਨਟੇਕ ਦੇ ਲਈ ਉਹਨਾਂ ਨੇ 70% ਸਕਾਲਰਸ਼ਿਪ ਆਫਰ ਕੀਤੀ ਹੋਈ ਹੈ। ਤਾਂ ਤੁਹਾਨੂੰ ਬਹੁਤ ਹੀ ਘੱਟ ਪੈਸੇ ਤੁਹਾਡੇ ਲੱਗਣੇ ਆ। ਜਿਹੜੇ ਵੀਕ ਨੇ ਸਟੂਡੈਂਟ ਜਿਨ੍ਹਾਂ ਫਾਈਨੈਂਸ਼ੀਅਲੀ ਇੰਨੇ ਪੈਸੇ ਨਹੀਂ ਇਕੱਠੇ ਹੋ ਰਹੇ ਉਹ ਸਾਡੇ ਕੋਲ ਆਉਣ ਔਰ ਅਸੀਂ ਉਹਨਾਂ ਦਾ ਵੀਜ਼ਾ ਜਿਹੜਾ ਸਿਰਫ ਹੀ 3.5 ਲੱਖ ਰੁਪਏ ਦੀ ਫੀਸ ਦੇ ਵਿੱਚ ਤੁਸੀਂ ਆਪ ਫੀਸ ਭੇਜਣੀ ਹੈ ਔਰ ਤੁਸੀਂ ਜਿਹੜਾ ਹੈ ਡਾਇਰੈਕਟਲੀ ਉਹ ਵੀਜ਼ਾ ਲੈ ਸਕਦੇ ਹੋ ਔਰ ਇਹਦੇ ਵਿੱਚ ਤੁਹਾਨੂੰ ਵਰਕ ਪਰਮਿਟ ਵੀ ਮਿਲੇਗਾ। ਠੀਕ ਹੈ। 3 ਸਾਲ ਦਾ ਵਰਕ ਪਰਮਿਟ ਜਿਹੜਾ ਹੈ ਉਹ ਇਹਦੇ 'ਚ ਅਵੇਲੇਬਲ ਹੈਗਾ ਹੈ। ਤੁਹਾਡੇ ਓਵਰਆਲ 6 not less than 5.5 ਬੈਂਡ ਚਾਹੀਦੇ ਨੇ। ਅਗਰ ਕਿਸੇ ਦੇ 6 ਈਚ ਹੈਗੇ ਨੇ ਤਾਂ ਬਹੁਤ ਵਧੀਆ ਹੈ। 55 not less than 51 PT ਦੇ ਵਿੱਚੋਂ ਸਕੋਰ ਚਾਹੀਦਾ ਹੈ।
ਅਗਰ ਤੁਸੀਂ ਵੀਜ਼ਾ ਅਪਲਾਈ ਕਰਨਾ ਹੈ, ਤੁਹਾਡੀਆਂ ਇਹ ਕੰਡੀਸ਼ਨਸ ਪੂਰੀਆਂ ਹੋ ਰਹੀਆਂ ਨੇ ਔਰ ਤੁਸੀਂ ਘੱਟ ਪੈਸੇ ਵਿੱਚ ਜਾਣਾ ਚਾਹੁੰਦੇ ਹੋ, ਉਹ ਵੀ ਇੱਕ ਇਹੋ ਜਿਹੀ ਲੋਕੇਸ਼ਨ ਜਿੱਥੇ ਹਰ ਇੱਕ ਬੱਚਾ ਜਾਣਾ ਚਾਹੁੰਦਾ ਹੈ ਕਿ ਮੈਂ ਟੋਰਾਂਟੋ ਜਾਵਾਂ, ਮੈਂ ਉੱਥੇ ਜਾ ਕੇ ਪੜਾਂ, ਕਿਉਂਕਿ ਉੱਥੇ ਕੰਮ ਦੀਆਂ ਓਪਰਚੁਨਿਟੀਜ਼ ਜ਼ਿਆਦਾ ਹੈਗੀਆਂ ਨੇ, ਤਾਂ ਬਹੁਤ ਸਾਰਿਆਂ ਦੇ ਰਿਲੇਟਿਵ ਵੀ ਉੱਥੇ ਹੀ ਹੁੰਦੇ ਨੇ। ਤਾਂ ਇਸ ਕਰਕੇ ਅਗਰ ਤੁਸੀਂ ਉੱਥੇ ਪੜ੍ਹਨਾ ਚਾਹੁੰਦੇ ਹੋ ਤਾਂ ਬਹੁਤ ਹੀ ਘੱਟ ਪੈਸੇ ਦੇ ਨਾਲ, ਮੈਂ ਕਹਾਂਗਾ ਕੁਝ ਵੀ ਨਹੀਂ ਹੈ, 3-3.5 ਲੱਖ ਰੁਪਇਆ ਐਕਚੁਅਲ 'ਚ ਤੁਸੀਂ ਫੀਸ ਵੇਖੋ ਤਾਂ 9-9 10-10 ਲੱਖ ਰੁਪਇਆ ਕਾਲਜ ਦੀ ਹੈਗੀ ਹੈ, ਤਾਂ 9-10 ਲੱਖ ਰੁਪਇਆ ਪਲੱਸ ਤੁਹਾਡਾ GIC 5,70,80,000 ਰੁਪਇਆ ਬਣ ਜਾਂਦਾ ਹੈ, ਤਾਂ ਤੁਹਾਡਾ 16-17 ਲੱਖ ਬਣ ਜਾਂਦਾ ਹੈ। ਪਰ ਅਗਰ ਸਿਰਫ ਹੀ 3.5 ਲੱਖ ਰੁਪਇਆ ਦੇ ਤੁਸੀਂ ਇਹ ਪਾਉਣੇ ਹੋ ਤਾਂ ਟੋਟਲ 10.5 ਤੋਂ 11 ਲੱਖ ਦੇ ਵਿੱਚ, ਜਿੰਦੇ ਵਿੱਚ ਤੁਹਾਨੂੰ 10.5 ਵੀ ਨਹੀਂ ਬਣਾ, ਮੈਂ ਕਿਹਾ ਸੌਰੀ, ਮੈਂ 9 ਲੱਖ ਰੁਪਏ ਦੇ ਕਰੀਬ ਦੇ ਬਣੇਗਾ, ਤਾਂ ਤੁਸੀਂ 9 ਲੱਖ ਰੁਪਏ ਦੇ ਵਿੱਚ ਕੈਨੇਡਾ ਪਹੁੰਚ ਸਕਦੇ ਹੋ। 16-17 ਤੇ 9 ਲੱਖ ਦੇ ਵਿੱਚ ਬਹੁਤ ਵੱਡਾ ਡਿਫਰੈਂਸ ਹੈ, ਬਹੁਤ ਫਰਕ ਹੈ। ਹਾਂਜੀ, ਤੇ ਉਹ ਤੁਸੀਂ ਪੈਸਾ ਆਪਣੇ ਅੱਗੇ ਫਿਊਚਰ ਤੇ ਲਾ ਸਕਦੇ ਹੋ, ਜਾਂ ਤੁਸੀਂ ਤੁਹਾਡੇ ਪੇਰੈਂਟਸ ਦੀ ਉਨੀ ਹੈਲਪ ਹੋ ਸਕਦੀ ਹੈ। ਤਾਂ ਇਹ ਸਭ ਚੀਜ਼ਾਂ ਜਿਹੜੀਆਂ ਨੇ ਬੜੀਆਂ ਇੰਪੋਰਟੈਂਟ ਨੇ ਔਰ ਜੈਨੂਇਨ ਗਾਈਡੈਂਸ ਦੇ ਨਾਲ ਅਸੀਂ ਤੁਹਾਡਾ ਵੀਜ਼ਾ ਲੈ ਕੇ ਦੇਵਾਂਗੇ। ਔਰ ਮੈਂ ਜਿਹੜੀ ਦੂਸਰੀ ਗੱਲ ਇੱਥੇ ਕਰਨੀ ਚਾਹਾਂਗਾ ਕਿ ਸਾਡੇ ਕੋਲ ਇੱਕ ਹੋਰ ਬਹੁਤ ਵਧੀਆ ਓਪਰਚੁਨਿਟੀ ਹੈਗੀ ਆ, ਜਿਹੜੀ ਅਸੀਂ ਮੈਡੀਕਲ ਸਟੂਡੈਂਟਸ ਦੇ ਲਈ ਲੈ ਕੇ ਆਏ ਜੀ ਜੀ। ਅਗਰ ਕੋਈ ਮੈਡੀਕਲ ਸਟੂਡੈਂਟ ਜਿਹੜਾ ਹੈਗਾ ਉਹ ਜਾਣਾ ਚਾਹੁੰਦਾ ਹੈ, ਔਰ ਮੈਡੀਕਲ ਸਟੂਡੈਂਟ ਵਾਲਿਆਂ ਨੂੰ ਦੇਖੋ ਕੀ ਦਿੱਕਤ ਹੁੰਦੀ ਹੈ, ਜਦੋਂ ਉਹਨਾਂ ਦੀ ਐਡਮਿਸ਼ਨ ਅਸੀਂ ਅਪਲਾਈ ਕਰਦੇ ਹਾਂ ਤਾਂ ਉਹ ਮੈਡੀਕਲ ਸਟੂਡੈਂਟ ਵਾਲਿਆਂ ਨੂੰ ਮੈਥ ਦੀ ਰਿਕੁਆਇਰਮੈਂਟ ਹੁੰਦੀ ਹੈ, ਔਰ ਮੈਥ ਤੋਂ ਬਿਨਾ ਉਹਨਾਂ ਦਾ ਜਿਹੜਾ ਵੀਜ਼ਾ ਪੋਸੀਬਲ ਨਹੀਂ ਹੁੰਦਾ, ਜਾਂ ਮੈਥ ਤੋਂ ਬਿਨਾ ਉਹਨਾਂ ਨੂੰ ਜਿਹੜੀ ਆਫਰ ਲੈਟਰ ਨਹੀਂ ਮਿਲਦੀ। ਜਿਹੜੇ ਸਟੂਡੈਂਟਸ ਨੇ ਮੈਡੀਕਲ ਨਾਲ +2 ਕੀਤੀ ਹੈ, ਜਾਂ ਫਿਰ ਉਹਨਾਂ ਸਟੂਡੈਂਟਸ ਨੇ BSc ਫਾਰਮੇਸੀ ਕੀਤੀ ਹੋਈ ਹੈ, ਡਿਪਲੋਮਾ ਇਨ ਫਾਰਮੇਸੀ ਕੀਤਾ ਹੋਇਆ ਹੈ, GNM ਕੀਤੀ ਹੋਈ ਹੈ, ANM ਕੀਤੀ ਹੋਈ ਹੈ, ਇੱਦਾਂ ਦਾ ਕੋਈ ਵੀ ਪ੍ਰੋਗਰਾਮ ਕੀਤਾ ਹੋਇਆ ਤੁਸੀਂ, ਔਰ ਤੁਸੀਂ ਮੈਡੀਕਲ ਨਾਲ ਰਿਲੇਟਡ ਸਟੂਡੈਂਟ ਹੋ, ਤੁਸੀਂ ਜਾਣਾ ਚਾਹੁੰਦੇ ਹੋ ਕੈਨੇਡਾ, ਔਰ ਤੁਹਾਡੇ ਜਿਹੜੇ ਬੈਂਡ ਨੇ ਓਵਰਆਲ 6.5 ਨੋ ਲੈਸ ਦੈਨ 6 ਨਹੀਂ ਆ ਰਹੇ, ਕਿਉਂਕਿ ਮੈਡੀਕਲ ਵਾਲੇ ਸਟੂਡੈਂਟ ਦੀ ਜਿਹੜੀ ਰਿਕੁਆਇਰਮੈਂਟ ਹੈਗੀ ਆ ਓਵਰਆਲ 6.5 ਨੋ ਲੈਸ ਦੈਨ 6 ਦੀ ਹੈ। ਅਸੀਂ ਤੁਹਾਨੂੰ 6 ਈਚ ਬੈਂਡ ਦੇ ਨਾਲ, ਔਰ ਅਗਰ ਤੁਹਾਡੀ ਪ੍ਰੋਫਾਈਲ ਬਹੁਤ ਵਧੀਆ ਹੈ, ਤੁਸੀਂ 70-80% ਨੰਬਰ ਵਾਲੇ ਬੱਚੇ ਹੋ, ਤੁਹਾਡੇ 1 ਚੋਂ 5.5 ਨੇ, ਤਾਂ ਵੀ ਅਸੀਂ ਤੁਹਾਡਾ ਕੇਸ ਜਿਹੜਾ ਹੈ ਅਪਲਾਈ ਕਰ ਸਕਦੇ ਹਾਂ, ਔਰ ਵੀਜ਼ਾ ਦੀ ਰੇਸ਼ੋ ਅੱਛੀ ਰਹੇਗੀ ਜੀ। ਇਸ ਕਰਕੇ ਤੁਸੀਂ ਅਗਰ ਮੈਡੀਕਲ ਬੈਕਗ੍ਰਾਉਂਡ ਦੇ ਨਾਲ ਹੈਗੇ ਹੋ, ਸਾਡੇ ਕੋਲ ਬਹੁਤ ਵਧੀਆ ਆਪਸ਼ਨ ਹੈ, ਤੁਹਾਨੂੰ ਵਿਦ ਵਰਕ ਪਰਮਿਟ ਉਹ ਕਾਲਜ ਮਿਲੇਗਾ, ਔਰ ਸਿਰਫ ਹੀ 5.5-6 ਲੱਖ ਰੁਪਏ ਦੀ ਫੀਸ ਦੇ ਨਾਲ ਜਿਹੜਾ ਹੈਗਾ ਤੁਸੀਂ ਮੈਡੀਕਲ ਦੀ ਅੱਗੇ ਜਿਹੜੀ ਪੜ੍ਹਾਈ ਹੈਗੀ ਉਹ ਲੈ ਸਕਦੇ ਹੋ, ਔਰ ਤੁਹਾਡਾ ਵੀਜ਼ਾ ਦੀ ਸ਼ੋਰਟੀ ਵੀ ਬਹੁਤ ਅੱਛੀ ਰਹੇਗੀ। ਔਰ ਇਹਨਾਂ ਸਾਰੇ ਸਟੂਡੈਂਟ ਨੂੰ ਮੈਥ ਦੀ ਲੋੜ ਨਹੀਂ ਹੈਗੀ, ਕਿਤੇ ਵੀ ਮੈਥ ਦੀ ਲੋੜ ਨਹੀਂ ਹੈਗੀ। ਓਵਰਆਲ 6 ਨੋਟ ਲੈਸ ਦੈਨ 5.5 ਬੈਂਡ ਦੇ ਨਾਲ ਤੁਸੀਂ ਸਾਡੇ ਇਸ ਕਾਲਜ 'ਚ ਅਪਲਾਈ ਕਰ ਸਕਦੇ ਹੋ। ਸਪਟੈਂਬਰ ਇਨਟੇਕ ਹੈਗਾ ਹੈ, ਟੋਰਾਂਟੋ ਜਗ੍ਹਾ ਹੈਗੀ ਆ ਜੀ ਜਿੱਥੇ ਤੁਸੀਂ ਜਾ ਸਕਦੇ ਹੋ, ਔਰ ਇੱਥੇ ਤੁਸੀਂ ਜਿਹੜਾ ਹੈ ਵਧੀਆ ਤਰੀਕੇ ਨਾਲ ਆਪਣਾ ਪੜ੍ਹ ਸਕਦੇ ਹੋ। ਜੀ ਜੀ ਜੀ, ਬਿਲਕੁਲ। ਸੋ ਈਜ਼ੀ ਵੇ ਕੰਸਲਟੈਂਸੀ ਵੱਲੋਂ ਤੁਸੀਂ ਸੁਣਿਆ ਹੁਣੇ ਕਿ ਮੈਡੀਕਲ ਦੇ ਸਟੂਡੈਂਟ ਹੈ, ਕਮਰਸ, ਆਰਟ, ਸਭ ਦੇ ਲਈ ਵਧੀਆ ਤੋਂ ਵਧੀਆ ਇੱਕ ਆਫਰ ਹੈਗੀ ਹੈ ਕਿ ਤੁਸੀਂ ਹਲੇ ਵੀ ਸਪਟੰਬਰ ਇਨਟੇਕ ਲਈ ਅਗਰ ਅਪਲਾਈ ਕਰਨਾ ਹਲੇ ਸੋਚ ਰਹੇ ਹੋ ਤਾਂ ਇਹਨਾਂ ਤੁਸੀਂ ਬੈਸਟ ਆਪਸ਼ਨਸ ਦਾ ਫਾਇਦਾ ਜ਼ਰੂਰ ਚੱਕ ਸਕਦੇ ਹੋ। ਇਹਨਾਂ ਬੈਨੀਫਿਟਸ ਦਾ ਜੋ ਫਾਇਦਾ ਲੈਣ ਤੋਂ ਬਾਅਦ ਤੁਸੀਂ ਆਪਣੇ ਫਿਊਚਰ ਨੂੰ ਬ੍ਰਾਈਟ ਕਰ ਸਕਦੇ ਹੋ। ਕੋਈ ਸਵਾਲ ਹੋਵੇ ਤਾਂ ਜ਼ਰੂਰ ਸਮਝਣ ਦੇ ਲਈ ਕਾਲ ਕਰਕੇ ਡਿਟੇਲ ਵਿੱਚ ਜਾਣਕਾਰੀ ਜ਼ਰੂਰ ਲੈ ਲਓ, ਕਿਉਂਕਿ ਸਮਾਂ ਘੱਟ ਰਹਿ ਜਾਂਦਾ ਹੈ, ਤਾਂ ਤੁਸੀਂ ਜਲਦੀ ਤੋਂ ਜਲਦੀ ਅਪਲਾਈ ਕਰ ਸਕੋ, ਕਿਤੇ ਫਾਈਲਿੰਗ ਵਿੱਚ ਕਿਤੇ ਕੋਈ ਰੁਕਾਵਟ ਨਾ ਰਹੇ। ਸੋ ਟਾਈਮਲੀ ਜੋ ਹੈ ਆਪਣੇ ਡਾਕੂਮੈਂਟਸ ਲੈ ਕੇ ਤੁਸੀਂ ਵਿਜ਼ਿਟ ਕਰਕੇ ਪੂਰਾ ਡਿਟੇਲ ਵਿੱਚ ਸਮਝ ਕੇ ਅਪਲਾਈ ਕਰ ਸਕਦੇ ਹੋ। ਤੇ ਜਿਹੜਾ ਤੁਸੀਂ 3.5 ਲੱਖ ਵਾਲੀ ਗੱਲ ਕੀਤੀ, ਇਸ ਵਿੱਚ ਯਾਨੀ SDS ਤੇ ਨੌਨ SDS ਦੋਵੇਂ ਹੀ ਇਸ ਦਾ ਫਾਇਦਾ ਲੈ ਸਕਦੇ ਆ। ਬਿਲਕੁਲ ਜੀ, ਬਿਲਕੁਲ ਜੀ, ਬਿਲਕੁਲ। ਤੇ ਅੱਗੋਂ ਆਪਾਂ ਗੱਲ ਕਰੀਏ ਟੂਰਿਸਟ ਵੀਜ਼ਾ ਨੂੰ ਲੈ ਕੇ ਵੀ ਸਵਾਲ ਆ ਰਹੇ ਨੇ ਸਾਡੇ ਕੋਲ ਢੇਰ ਸਾਰੇ ਕਿ ਕੀ ਟੂਰਿਸਟ ਵੀਜ਼ਾ ਨੂੰ ਲੈ ਕੇ ਕੋਈ ਸਟ੍ਰਿਕਨੈਸ ਕੈਨੇਡਾ ਵੱਲੋਂ ਤਾਂ ਨਹੀਂ ਹੈ ਹੁਣ ਕਿ ਈਜ਼ੀਲੀ ਲੱਗ ਰਹੇ ਨੇ ਉਹ ਵੀ? ਦੇਖੋ, ਮੈਂ ਟੂਰਿਸਟ ਵੀਜ਼ਾ ਦੀ ਗੱਲ ਕਰਾਂ ਤਾਂ ਜਿਹੜੇ ਵੀ ਮੇਰੇ ਸੱਜਣ ਟੂਰਿਸਟ ਵੀਜ਼ਾ ਤੇ ਜਾਣਾ ਚਾਹੁੰਦੇ ਹੋ ਜੀ, ਬੇਸ਼ੱਕ ਉਹ ਪੇਰੈਂਟਸ ਨੇ ਕਿਸੇ ਦੇ ਜਾਂ ਰਿਲੇਟਿਵ ਨੇ ਕਿਸੇ ਦੇ ਜਾਂ ਵੈਸੇ ਘੁੰਮਣ ਜਾਣਾ ਚਾਹੁੰਦੇ ਆ, ਤਾਂ ਇਹ ਬਹੁਤ ਹੀ ਵਧੀਆ ਟਾਈਮ ਹੈ, ਕਿਉਂਕਿ ਇਸ ਟਾਈਮ ਜਿਹੜੇ ਵੀਜ਼ਾ ਨੇ ਉਹ ਬਹੁਤ ਵਧੀਆ ਆ ਰਹੇ ਨੇ। ਟੂਰਿਸਟ ਵੀਜ਼ਾ ਮੈਂ ਆਸਟ੍ਰੇਲੀਆ ਦੀ ਗੱਲ ਕਰਾਂ, ਆਸਟ੍ਰੇਲੀਆ 'ਚ ਮੈਕਸਿਮਮ ਵੀਜ਼ਾ ਆ ਰਹੇ ਨੇ। ਠੀਕ ਹੈ, ਅਗਰ ਤੁਹਾਨੂੰ ਕੋਈ ਜਾਣਦਾ ਹੈ, ਤੁਹਾਡੇ ਕੋਲ ਇਨਵੀਟੇਸ਼ਨ ਹੈਗਾ ਹੈ, ਤਾਂ ਤੁਸੀਂ 100% ਵੀਜ਼ਾ ਲੈ ਸਕਦੇ ਹੋ। ਔਰ ਵੀਜ਼ਾ ਵੀ ਜਿਹੜਾ ਤੁਹਾਨੂੰ ਘੱਟ ਟਾਈਮ ਦਾ ਨਹੀਂ, ਲੰਬੇ ਟਾਈਮ ਦਾ ਦੇ ਰਹੇ ਨੇ। 1 ਸਾਲ 2 ਸਾਲ ਦਾ ਵੀਜ਼ਾ ਮਿਲ ਰਿਹਾ ਹੈ, ਉਹਨਾਂ ਦੇ 'ਚ ਤੁਹਾਨੂੰ ਸਟੇ ਜ਼ਰੂਰ 3 ਮਹੀਨੇ ਦੀ ਰਹੇਗੀ, ਪਰ ਵੀਜ਼ਾ ਤੁਹਾਨੂੰ ਲੰਬੇ ਟਾਈਮ ਦਾ ਮਿਲ ਸਕਦਾ ਹੈ। ਤਾਂ ਜਿਹੜੇ ਵੀ ਸੱਜਣ ਮੇਰੇ ਜਾਣਾ ਚਾਹੁੰਦੇ ਨੇ, ਆਪਣੇ ਰਿਲੇਟਿਵ ਨੂੰ ਮਿਲਣ ਜਾਣਾ ਚਾਹੁੰਦੇ ਨੇ ਜਾਂ ਘੁੰਮਣ ਜਾਣਾ ਚਾਹੁੰਦੇ ਨੇ, ਉਹਨਾਂ ਨੂੰ ਹੁਣ ਅਪਲਾਈ ਕਰਨਾ ਚਾਹੀਦਾ ਹੈ। ਕੈਨੇਡਾ ਦੇ ਵਿੱਚ ਵੀ ਦੇਖੋ ਰੈਗੂਲਰ ਟੂਰਿਸਟ ਵੀਜ਼ਾ ਮਿਲ ਰਹੇ ਨੇ, ਔਰ ਕੈਨੇਡਾ 'ਚ ਵੀ ਤੁਸੀਂ ਆਪਣੇ ਜਿਹੜੇ ਆ ਸੱਜਣਾ ਮਿੱਤਰਾਂ ਨੂੰ ਮਿਲਣ ਲਈ ਜਾ ਸਕਦੇ ਹੋ, ਕੈਨੇਡਾ ਘੁੰਮਣ ਜਾ ਸਕਦੇ ਹੋ, ਜਾਂ ਉੱਥੇ ਜਾ ਕੇ ਹੋਰ ਅਪਰਚੁਨਿਟੀ ਜਿਹੜੀਆਂ ਉਹ ਤਲਾਸ਼ ਕਰ ਸਕਦੇ ਹੋ। ਤਾਂ ਇਸ ਕਰਕੇ ਜਿਹੜੇ ਵੀ ਟੂਰਿਸਟ ਵੀਜ਼ਾ ਤੇ ਜਾਣਾ ਚਾਹੁੰਦੇ ਆ, ਇਸ ਤੋਂ ਵਧੀਆ ਟਾਈਮ ਨਹੀਂ ਹੋਏਗਾ।
ਮੇਰੀ ਪੂਰੀ ਟੀਮ ਜਿਹੜੀ ਹੈ ਐਕਸਪਰਟ ਹੈਗੀ ਹੈ ਟੂਰਿਸਟ ਦੇ ਵਿੱਚ। ਅਗਰ ਤੁਸੀਂ ਟੂਰਿਸਟ ਵੀਜ਼ਾ ਦੀ ਸਾਡੀ ਕੋਈ ਜ਼ਿਆਦਾ ਫੀਸ ਨਹੀਂ ਹੈਗੀ ਟੂਰਿਸਟ ਦੀ, ਤੁਸੀਂ ਜਦੋਂ ਵੀ ਟੂਰਿਸਟ ਵੀਜ਼ਾ ਅਪਲਾਈ ਕਰਨਾ ਤੁਹਾਨੂੰ ਅਸੀਂ ਪ੍ਰੋਪਰ ਡਾਕੂਮੈਂਟੇਸ਼ਨ ਦੱਸਾਂਗੇ ਕੀ ਡਾਕੂਮੈਂਟ ਤੁਹਾਡੇ ਨਾਲ ਲੱਗ ਰਹੇ ਨੇ ਟੂਰਿਸਟ ਦੇ, ਤੁਹਾਡੀ ਕਿੰਨੀ ਕੁ ਟਰੈਵਲ ਹਿਸਟਰੀ ਚਾਹੀਦੀ ਆ ਜਾਂ ਨਹੀਂ ਚਾਹੀਦੀ। ਦੇਖੋ ਟੂਰਿਸਟ ਦੇ ਵਿੱਚ ਜਿਹੜਾ ਮੇਨ ਚੀਜ਼ਾਂ ਹੈਗੀਆਂ ਨੇ ਉਹ ਇਹ ਹੁੰਦੀਆਂ ਨੇ ਕਿ ਤੁਹਾਡੀ ਇਨਕਮ ਕਿੰਨੀ ਕੁ ਹੈਗੀ ਹੈ ਔਰ ਤੁਹਾਡੀ ਟਰੈਵਲ ਹਿਸਟਰੀ ਕੀ ਹੈਗੀ ਹੈ। ਜੀ ਜੀ। ਅਗਰ ਤੁਸੀਂ ਥੋੜਾ ਬਹੁਤ ਘੁੰਮੇ ਹੋਏ ਹੋ ਤਾਂ ਤੁਸੀਂ ਕੈਨੇਡਾ 'ਚ ਅਪਲਾਈ ਕਰ ਸਕਦੇ ਹੋ, ਥੋੜਾ 2-4 ਕੰਟਰੀ ਘੁੰਮੇ ਹੋ ਔਰ ਉਸ ਤੋਂ ਬਾਅਦ ਤੁਹਾਡੇ ਕੋਲ ਫਾਈਨੈਂਸ਼ੀਅਲ ਅੱਛਾ ਹੈਗਾ, ਤੁਹਾਡੇ ਅਕਾਊਂਟ 'ਚ ਪੈਸਾ ਪਿਆ ਹੋਇਆ ਹੈ ਔਰ ਉਸ ਤੋਂ ਇਲਾਵਾ ਤੁਸੀਂ ਕੋਈ ਜੌਬ ਕਰਦੇ ਹੋ ਜਾਂ ਤੁਸੀਂ ਕੋਈ ਆਪਣਾ ਕੰਮ ਕਰ ਰਹੇ ਹੋ ਜਾਂ ਤੁਸੀਂ ਕੋਈ ITR ਭਰ ਰਹੇ ਹੋ, ਤੁਹਾਡੀ ਕੋਈ ਕੰਪਨੀ ਰਜਿਸਟਰਡ ਹੈਗੀ ਆ, ਤੁਸੀਂ ਉਹ ਰਜਿਸਟ੍ਰੇਸ਼ਨ ਦਿਖਾ ਸਕਦੇ ਹੋ, ਨਾਲ ਆਪਣੀ ਕੰਪਨੀ ਦੀ ਬੈਲੈਂਸ ਸ਼ੀਟ ਦਿਖਾ ਸਕਦੇ ਹੋ। ਤੁਸੀਂ ਆਪਣੀਆਂ ਜਿਹੜੀਆਂ ਵੀ ਤੁਹਾਡੇ ਨਾਲ ਰਿਲੇਟਡ ਇਨਕਮਸ ਹੈਗੀਆਂ ਨੇ ਉਹ ਤੁਸੀਂ ਸ਼ੋਅ ਕਰ ਸਕਦੇ ਹੋ, ਆਪਣੀ ਪ੍ਰਾਪਰਟੀ ਨੂੰ ਨਾਲ ਸ਼ੋਅ ਕਰ ਸਕਦੇ ਹੋ ਕਿ ਤੁਹਾਡੇ ਕੋਲ ਕਿੰਨੀ ਕੁ ਪ੍ਰਾਪਰਟੀ ਹੈਗੀ ਹੈ ਜਾਂ ਤੁਸੀਂ ਕਿਵੇਂ ਜਿਹੜਾ ਹੈ। ਦੇਖੋ ਕੋਈ ਵੀ ਵੀਜ਼ਾ ਜਿਹੜਾ ਹੈਗਾ, ਸਪੈਸ਼ਲੀ ਟੂਰਿਸਟ ਦੀ ਗੱਲ ਕਰਾਂਗਾ, ਵੀਜ਼ਾ ਆਫਿਸਰ ਹਮੇਸ਼ਾ ਇਹ ਦੇਖਦਾ ਹੈ ਕਿ ਇਹ ਜਿਹੜਾ ਬੰਦਾ ਹੈ ਜਾਂ ਜੋ ਵੀ ਪਰਸਨ ਹੈਗਾ ਹੈ ਉਹ ਵਾਪਸ ਕਿਉਂ ਆਏਗਾ, ਰੀਜ਼ਨ ਕੀ ਹੈਗਾ ਹੈ ਕਿ ਉਹ ਟੂਰਿਸਟ ਤੋਂ ਬਾਅਦ ਵਾਪਸ ਆਏਗਾ। ਦੇਖੋ ਅਗਰ ਮੈਂ ਇੱਥੇ 20,000 ਦੀ ਜੌਬ ਕਰਦਾ ਹੈ ਔਰ ਮੇਰੀ ਏਜ ਜਿਹੜੀ ਹੈਗੀ ਆ 32-35 ਹੈਗੀ ਆ ਕਿਸੇ ਵੀ ਆਦਮੀ ਦੀ, ਜਦੋਂ ਉਹ ਜਾਏਗਾ ਕੋਈ ਵੀ ਪਰਸਨ ਜਦੋਂ ਜਾਏਗਾ ਤਾਂ ਵੀਜ਼ਾ ਆਫਿਸਰ ਇਹ ਦੇਖੇਗਾ ਕਿ ਅਗਰ ਉਹ 20,000 ਇੱਥੇ ਕਮਾ ਰਿਹਾ ਹੈ ਔਰ ਟੂਰਿਸਟ ਤੋਂ ਬਾਅਦ ਉੱਥੇ ਨਹੀਂ ਵਾਪਸ ਮੁੜਿਆ ਤਾਂ ਉੱਥੇ 1-1.5 ਲੱਖ ਰੁਪਏ ਕਮਾਏਗਾ। ਇਟ ਮੀਨਸ ਕਿ ਉਹ ਬੰਦਾ ਉੱਥੋਂ ਵਾਪਸ ਨਹੀਂ ਆਏਗਾ। ਜਾਂ ਫਿਰ ਤੁਹਾਡਾ ਗਰੰਟਰ ਇਦਾਂ ਦਾ ਹੋਣਾ ਚਾਹੀਦਾ ਹੈ ਕਿ ਜਿਹਨੂੰ ਜਿਹੜਾ ਰਿਸਪੌਂਸੀਬਲ ਹੋਵੇ ਔਰ ਉਹਦੀ ਐਮਬੈਸੀ ਉਹਦੀ ਪ੍ਰੋਫਾਈਲ ਦੇਖ ਕੇ ਦੱਸੇ ਕਿ ਠੀਕ ਹੈ ਜੀ ਇਹ ਬੰਦਾ ਜਿਹੜਾ ਵਾਪਸ ਜਾਏਗਾ। ਇਸ ਕਰਕੇ ਤੁਸੀਂ ਚਾਹੇ ਆਸਟ੍ਰੇਲੀਆ ਅਪਲਾਈ ਕਰ ਰਹੇ ਹੋ, ਚਾਹੇ ਕੈਨੇਡਾ, ਚਾਹੇ ਯੂਰਪ, ਚਾਹੇ ਕਿਸੇ ਵੀ ਕੰਟਰੀ ਅਪਲਾਈ ਕਰ ਰਹੇ ਹੋ, ਸਭ ਤੋਂ ਮੇਨ ਹੈ ਜੀ ਤੁਹਾਡੀ ਪ੍ਰੋਫਾਈਲ। ਤੁਹਾਡੀ ਪ੍ਰੋਫਾਈਲ ਇਦਾਂ ਦੀ ਹੋਣੀ ਚਾਹੀਦੀ ਹੈ ਕਿ ਇਹ ਸਮਝ ਆਵੇ ਕਿ ਤੁਸੀਂ ਵਾਪਸ ਜਾਓਗੇ, ਕਿ ਤੁਸੀਂ ਵਾਪਸ ਆਪਣੀ ਕੰਟਰੀ ਜਾ ਕੇ ਆਪਣਾ ਹੀ ਕੰਮ ਕਰੋਗੇ। ਜੇਕਰ ਕਿਸੇ ਵੀ ਵੀਜ਼ਾ ਆਫਿਸਰ ਨੂੰ ਇਹ ਡਾਊਟ ਹੁੰਦਾ ਹੈ ਕਿ ਤੁਸੀਂ ਜਿਹੜਾ ਉੱਥੇ ਹੀ ਰੁਕ ਜਾਓਗੇ ਤਾਂ ਫਿਰ ਉਹ ਤੁਹਾਨੂੰ ਵੀਜ਼ਾ ਨਹੀਂ ਦੇਗਾ। ਜੀ 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 ਬਿਲਕੁਲ ਗੱਲ ਹੋਈ ਆਂਦੀ ਹੈ ਕਿ ਤੁਹਾਡੇ ਸਹੀ ਡਾਕੂਮੈਂਟੇਸ਼ਨ ਹੋਣੀ ਬਹੁਤ ਜ਼ਰੂਰੀ ਹੈ। ਤੁਹਾਡੇ ਸਾਰੇ ਸਹੀ ਡਾਕੂਮੈਂਟ ਜਦੋਂ ਲੱਗੇ ਹੁੰਦੇ ਨੇ, ਤੁਹਾਡਾ ਰੀਜ਼ਨ ਜਦੋਂ ਕਲੀਅਰ ਹੁੰਦਾ ਹੈ ਤਾਂ ਓਬਵੀਅਸ ਕੋਈ ਵੀ ਵੀਜ਼ਾ ਹੋਵੇ ਸਕਸੈਸਫੁਲੀ ਲੱਗ ਹੀ ਜਾਂਦਾ ਹੈ। ਆਪਾਂ ਟੂਰਿਸਟ ਵੀਜ਼ਾ ਦੀ ਵੀ ਗੱਲ ਕਰਕੇ ਹਟੇ ਹਾਂ। ਸਟਾਰਟਿੰਗ ਵਿੱਚ ਸ਼ੋਅ ਵਿੱਚ ਆਪਾਂ ਗੱਲ ਕੀਤੀ ਸੀ ਦਰਸ਼ਕਾਂ ਨੂੰ ਕਿ ਡਿਪੈਂਡੈਂਟ ਵੀਜ਼ਾ ਬਾਰੇ ਵੀ ਖੁੱਲ੍ਹ ਕੇ ਆਪਾਂ ਜਾਣਕਾਰੀ ਉਹਨਾਂ ਨੂੰ ਦੇਵਾਂਗੇ, ਤਾਂ ਮੈਂ ਜ਼ਰੂਰ ਚਾਹੂੰਗੀ ਕਿ ਉਸ ਦੀ ਵੀ ਡਿਟੇਲਸ ਜੋ ਹੈ ਸਾਰੀਆਂ ਸਾਂਝੀਆਂ ਕੀਤੀਆਂ ਜਾਣ ਦਰਸ਼ਕਾਂ ਦੇ। ਬਿਲਕੁਲ। ਜਿਹੜੇ ਪਿੱਛੇ ਕੀ ਹੋਇਆ ਸੀ ਕਿ ਕੈਨੇਡਾ ਦੇ ਵਿੱਚ ਜਿੰਨੇ ਵੀ ਹਸਬੈਂਡ ਵਾਈਫ ਸੀ ਉਹਨਾਂ ਵਿੱਚੋਂ ਵਾਈਫ ਚਲੀ ਗਈ ਤਾਂ ਹਸਬੈਂਡ ਰਹਿ ਗਿਆ, ਹਸਬੈਂਡ ਚਲਾ ਗਿਆ ਤਾਂ ਵਾਈਫ ਇੱਥੇ ਰਹਿ ਗਈ ਹੈ। ਜੀ ਜੀ। ਪਰ ਹੁਣ ਪਿੱਛੇ ਕੁਝ ਟਾਈਮ ਤੋਂ ਕੀ ਹੋ ਰਿਹਾ ਹੈ ਕਿ ਰੈਗੂਲਰ ਡਿਪੈਂਡੈਂਟ ਦੇ ਵੀਜ਼ਾ ਜਿਹੜੇ ਆਉਣੇ ਸ਼ੁਰੂ ਹੋ ਗਏ ਨੇ, ਕਿਉਂਕਿ ਪਿੱਛੇ 1 ਸਾਲ 6-7 ਮਹੀਨੇ ਤੋਂ ਜਿਹੜਾ ਕੋਈ ਡਿਪੈਂਡੈਂਟ ਵੀਜ਼ਾ ਨਹੀਂ ਆਇਆ ਸੀ ਔਰ ਅਲੱਗ-ਅਲੱਗ ਤਰ੍ਹਾਂ ਦੀਆਂ ਮੈਂ ਕਹਾਂਗਾ ਅਫਵਾਹਾਂ ਉਠਾਈਆਂ ਜਾ ਰਹੀਆਂ ਸੀ ਕਿ ਜਿਹੜੇ ਬੱਚਿਆਂ ਦੇ ਡਿਪੈਂਡੈਂਟ ਹੈਗੇ ਨੇ ਉਹਨਾਂ ਦਾ ਵੀਜ਼ਾ ਨੂੰ ਉਦੋਂ ਮਿਲੇਗਾ ਜਦੋਂ ਵਰਕ ਪਰਮਿਟ ਤੇ ਚਲੇ ਜਾਣਗੇ। ਪਰ ਇਦਾਂ ਦੀ ਕੋਈ ਗੱਲ ਨਹੀਂ ਹੈਗੀ। ਤੁਸੀਂ ਆਪਣਾ ਵੀਜ਼ਾ ਜਿਹੜਾ ਅਪਲਾਈ ਕਰ ਸਕਦੇ ਹੋ। ਅਗਰ ਤੁਹਾਡੀ ਵਾਈਫ ਨੂੰ ਜਾਂ ਤੁਹਾਡੇ ਹਸਬੈਂਡ ਨੂੰ ਗਏ ਹੋਏ 3 ਮਹੀਨੇ ਤੋਂ ਉੱਪਰ ਹੋ ਗਿਆ, 4 ਮਹੀਨੇ ਤੋਂ ਉੱਪਰ ਹੋ ਗਿਆ ਔਰ ਤੁਹਾਡਾ ਜੈਨੂਇਨ ਰਿਲੇਸ਼ਨਸ਼ਿਪ ਤੁਸੀਂ ਦਿਖਾ ਸਕਦੇ ਹੋ ਔਰ ਪ੍ਰੋਪਰ ਸਭ ਚੀਜ਼ਾਂ ਦਿਖਾ ਸਕਦੇ ਹੋ ਤਾਂ ਤੁਹਾਡਾ ਵੀਜ਼ਾ ਜਿਹੜਾ ਉਹ ਲੱਗ ਜਾਂਦਾ ਜੀ। ਮੈਂ ਤੁਹਾਨੂੰ ਇਹਦੀ ਵੀ ਇੱਕ ਸਟੋਰੀ ਸੁਣਾਵਾਂਗਾ ਕਿਉਂਕਿ ਮੇਰੇ ਇੱਕ ਬੜੇ ਕਲੋਜ਼ ਸਰਜਨ ਹੈਗੇ ਨੇ, ਉਹਨਾਂ ਨੇ ਆਪਣੇ ਬੇਟੇ ਦਾ ਵੀਜ਼ਾ ਜਿਹੜਾ ਸੀ ਉਹ ਕਿਸੇ ਤੋਂ ਅਪਲਾਈ ਕੀਤਾ ਔਰ ਉਹਦੇ ਵਿੱਚ ਕੀ ਸੀ, ਉਹਨਾਂ ਨੇ ਮੈਰਿਜ ਸਰਟੀਫਿਕੇਟ ਲਗਾਤਾ ਔਰ ਹੋਰ ਫੋਟੋ ਵਗੈਰਾ ਲਗਾਤੀਆਂ ਜੋ ਨਾਰਮਲ ਚੀਜ਼ਾਂ ਚਾਹੀਦੀਆਂ ਹੁੰਦੀਆਂ। ਉਹ ਲਗਾਉਣ ਤੋਂ ਬਾਅਦ ਜਿਹੜਾ ਹੈ ਉਹਨਾਂ ਦੇ ਵੀਜ਼ਾ ਰਿਫਿਊਜ਼ਲ ਆਇਆ ਔਰ ਉਹਦੇ 'ਚ ਇਹ ਲਿਖਿਆ ਹੋਇਆ ਸੀ ਕਿ ਅਸੀਂ ਤੁਹਾਡੀ ਮੈਰਿਜ ਨੂੰ ਜੈਨੂਇਨ ਨਹੀਂ ਮੰਨਦੇ। ਬਿਲਕੁਲ। ਦੇਖੋ ਕੀ ਹੈ ਕਿ ਇੰਡੀਆ ਦੇ ਵਿੱਚ ਐਮਬੈਸੀ ਸੋਚਦੀ ਹੈ ਕਿ ਸ਼ਾਇਦ ਤੁਸੀਂ ਸਰਟੀਫਿਕੇਟ ਵੀ ਫੇਕ ਬਣਾ ਸਕਦੇ ਹੋ, ਤੁਸੀਂ ਫੋਟੋਗ੍ਰਾਫ ਵੀ ਫੇਕ ਬਣਾ ਸਕਦੇ ਹੋ ਔਰ ਤੁਸੀਂ ਹੋਰ ਜਿਹੜੀਆਂ ਅਸੀਂ ਚੀਜ਼ਾਂ ਦੇ ਸਬੂਤ ਪੇਸ਼ ਕਰਦੇ ਹੋ ਉਹ ਫੇਕ ਹੋ ਸਕਦੀਆਂ ਨੇ। ਤਾਂ ਇੱਕ ਜੈਨੂਇਨ ਕੰਸਲਟੈਂਟ ਜਿਹੜਾ ਹੈਗਾ ਹੈ ਜਾਂ ਇੱਕ ਐਕਸਪੀਰੀਅੰਸ ਕੰਸਲਟੈਂਟ ਹੈ ਜਿਹੜਾ ਹੈਗਾ ਹੈ ਉਹ ਇਹਨਾਂ ਚੀਜ਼ਾਂ ਤੋਂ ਇਲਾਵਾ ਵੀ ਤੁਹਾਡੇ ਤੋਂ ਬਹੁਤ ਚੀਜ਼ਾਂ ਮੰਗਦਾ ਹੈ ਜਿਹੜੀਆਂ ਮੈਂ ਇੱਥੇ ਡਿਸਕਲੋਜ਼ ਨਹੀਂ ਕਰਾਂਗਾ। ਪਰ ਅਗਰ ਤੁਸੀਂ ਸਾਡੀ ਕੰਪਨੀ ਵਿਜ਼ਿਟ ਕਰਦੇ ਹੋ ਮੈਂ ਤੁਹਾਨੂੰ ਦੱਸਾਂਗਾ ਕਿ ਐਕਚੁਅਲ 'ਚ ਵੀਜ਼ਾ ਕਿਸ ਤਰ੍ਹਾਂ ਡਿਪੈਂਡੈਂਟ ਦਾ ਲੱਗ ਸਕਦਾ ਹੈ ਔਰ ਕਿਸ ਤਰ੍ਹਾਂ ਤੁਹਾਨੂੰ ਕੀ ਹੋਰ ਚੀਜ਼ਾਂ ਪ੍ਰੋਵਾਈਡ ਕਰਨ ਦੀ ਲੋੜ ਹੈਗੀ ਹੈ, ਕਿਉਂਕਿ ਸਾਨੂੰ ਇਹੋ ਜਿਹੇ ਪ੍ਰੂਫ ਚਾਹੀਦੇ ਹੁੰਦੇ ਨੇ ਮੈਰਿਜ ਦੇ ਵਿੱਚ ਜਿਹੜੇ ਐਡਿਟ ਨਾ ਹੋ ਪਾਉਣ। ਇਟ ਮੀਨ ਜਿਹੜੇ ਨੇ ਬਣਾਏ ਨਾ ਜਾ ਸਕਦੇ ਹੋਣ। ਇਸ ਕਰਕੇ ਅਸੀਂ ਇਦਾਂ ਦੇ ਪ੍ਰੂਫ ਦੀ ਜਿਹੜੀ ਆ ਉਹਦੀ ਭਾਲ ਕਰਦੇ ਆ ਔਰ ਉਹ ਕਲਾਇੰਟ ਨੂੰ ਕਹਿੰਦੇ ਆ ਕਿ ਸਾਨੂੰ ਇਹ ਚੀਜ਼ਾਂ ਉਹ ਜਿਹੜੀਆਂ ਪ੍ਰੋਵਾਈਡ ਕਰਾਵੇ ਔਰ ਹਰ ਇੱਕ ਬੰਦੇ ਕੋਲ ਹੁੰਦੀਆਂ ਨੇ, ਕੋਈ ਦਿੱਕਤ ਨਹੀਂ। ਉਹ ਅਸੀਂ ਡਿਸਕਸ ਕਰਾਂਗੇ ਕਿਸੇ ਵੀ ਕਲਾਇੰਟ ਨਾਲ ਜਦੋਂ ਕੋਈ ਆਉਂਦਾ ਹੈ। ਤਾਂ ਇਸ ਤਰ੍ਹਾਂ ਹੀ ਆਸਟ੍ਰੇਲੀਆ ਦੇ ਵਿੱਚ ਅਗਰ ਤੁਸੀਂ ਡਿਪੈਂਡੈਂਟਲੀ ਜਾਣਾ ਹੈ ਤਾਂ ਤੁਸੀਂ ਜਾ ਸਕਦੇ ਹੋ ਕਿਉਂਕਿ ਆਸਟ੍ਰੇਲੀਆ 'ਚ ਵੀਜ਼ਾ ਨਾਲ ਲੱਗ ਰਿਹਾ ਹੈ। ਬਟ ਇਹੀ ਹੈ ਕਿ ਮੈਰਿਜ ਜਿਹੜੀ ਹੈਗੀ ਹੈ
ਉਹ 6 ਮੰਥ ਦੇ ਮਿਨੀਮਮ ਹੋਵੇ ਔਰ ਜਿਹੜਾ ਰਿਲੇਸ਼ਨਸ਼ਿਪ ਹੈ ਤੁਹਾਡਾ 1 ਈਅਰ ਤੋਂ ਉੱਪਰ ਹੋਵੇ। ਦੇਖੋ ਅਸੀਂ ਰਿਲੇਸ਼ਨਸ਼ਿਪ ਨੂੰ ਵੀ ਜਿਹੜਾ ਹੈ ਅਸੀਂ ਮੈਰਿਜ ਦੇ ਨਾਲ ਜੋੜ ਸਕਦੇ ਹਾਂ, ਕਿਉਂਕਿ ਇੱਕ ਕਿਸੇ ਦਾ ਰਿਲੇਸ਼ਨਸ਼ਿਪ 2 ਸਾਲ ਤੋਂ 4 ਸਾਲ ਤੋਂ ਹੋ ਸਕਦਾ ਹੈ, ਉਹਦੇ ਕੋਲ ਉਹਦਾ ਪ੍ਰੂਫ ਹੋ ਸਕਦਾ ਹੈ, ਬੇਸ਼ੱਕ ਉਹਦੀ ਨਵੀਂ ਮੈਰਿਜ ਹੋਈ ਹੋਵੇ। ਇਸ ਕਰਕੇ ਇਹ ਸਾਰੇ ਜਿਹੜੇ ਪ੍ਰੂਫਸ ਹੈਗੇ ਨੇ ਇਹ ਬਹੁਤ ਹੀ ਇੰਪੋਰਟੈਂਟ ਹੁੰਦੇ ਨੇ ਇੱਕ ਮੈਰਿਜ ਨੂੰ ਲੈ ਕੇ। ਔਰ ਅਗਰ ਤੁਸੀਂ ਇਹ ਸਭ ਚੀਜ਼ਾਂ ਪ੍ਰੋਵਾਈਡ ਕਰਦੇ ਹੋ ਔਰ ਜੈਨੂਇਨ ਤੁਹਾਡੀ ਪ੍ਰੋਫਾਈਲ ਹੈਗੀ ਆ ਤਾਂ ਮੈਂ ਕਹਾਂਗਾ ਤੁਹਾਡੇ ਵੀਜ਼ਾ ਨੂੰ ਕੋਈ ਰੋਕ ਨਹੀਂ ਸਕਦਾ, ਡਿਪੈਂਡੈਂਟ ਵੀਜ਼ਾ ਨੂੰ। ਔਰ ਤੁਸੀਂ ਅਗਰ ਅਪਲਾਈ ਕਰਨਾ ਹੈ ਤਾਂ ਸਾਡੇ ਕੋਲ ਜ਼ਰੂਰ ਵਿਜ਼ਿਟ ਕਰੋ, ਅਸੀਂ ਡਿਪੈਂਡੈਂਟ ਤੁਹਾਨੂੰ ਵੀਜ਼ਾ ਲੈ ਕੇ ਦੇਵਾਂਗੇ। ਔਰ ਜਿਹੜਾ ਹੈ ਤੁਹਾਡਾ ਆਉਣ ਵਾਲਾ ਟਾਈਮ ਤੁਸੀਂ ਇਕੱਠੇ ਆਪਣੀ ਵਾਈਫ ਨਾਲ ਜਾਂ ਆਪਣੇ ਹਸਬੈਂਡ ਨਾਲ ਗੁਜ਼ਾਰ ਸਕਦੇ ਹੋ। ਜੀ ਜੀ। ਬੇਸ਼ੱਕ ਕਿਸੇ ਬੱਚਿਆਂ ਦੇ ਪੇਰੈਂਟਸ ਨੇ ਜਾਣਾ ਹੈ, ਉਹਦੀ ਜੋ ਵੀ ਹੁੰਦਾ ਉਹਦੇ ਕਈ ਵਾਰੀ ਡਿਗਰੀ ਦੀ ਟਾਈਮ ਹੁੰਦਾ ਹੈ ਜਾਂ ਕਈ ਵਾਰੀ ਜਿਹੜਾ ਹੈਗਾ ਬੱਚੇ ਨੂੰ ਵੈਸੇ ਮਿਲਣ ਜਾਣਾ ਹੁੰਦਾ ਹੈ ਤਾਂ ਤੁਸੀਂ ਜਾ ਸਕਦੇ ਹੋ, ਅਸੀਂ ਤੁਹਾਡਾ ਪ੍ਰੋਪਰ ਹੈਲਪ ਕਰਾਂਗੇ। ਤੁਸੀਂ ਗਵਰਨਮੈਂਟ ਐਮਪਲੋਈ ਹੋ ਗਏ ਹੋ, ਤੁਸੀਂ ਜਾਣਾ ਚਾਹੁੰਦੇ ਹੋ, ਅਸੀਂ ਤੁਹਾਡੀ ਹੈਲਪ ਕਰਾਂਗੇ। ਬਹੁਤ ਸਾਰੀਆਂ ਬਹੁਤ ਬਰੀਕ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਇੱਕ ਪ੍ਰੋਫਾਈਲ 'ਚ ਲੱਗਦੀਆਂ ਨੇ ਪ੍ਰੋਪਰ ਵੀਜ਼ਾ ਲੈਣ ਦੇ ਲਈ। ਅਸੀਂ ਤੁਹਾਡਾ ਵੀਜ਼ਾ ਨਹੀਂ ਲੱਗਦਾ ਹੋਏਗਾ ਤੁਹਾਨੂੰ ਅਸੀਂ ਪਹਿਲਾਂ ਹੀ ਦੱਸ ਦਾਂਗੇ ਕਿ ਅਸੀਂ ਨਹੀਂ ਲਗਾ ਸਕਦੇ, ਕਿਉਂਕਿ ਅਸੀਂ ਕੋਈ ਵੀ ਫੇਕ ਚੀਜ਼ ਦੇ ਨਾਲ ਨਹੀਂ ਅਸੀਂ ਚੱਲਦੇ। ਤਾਂ ਇਸ ਕਰਕੇ ਜੈਨੂਇਨ ਪ੍ਰੋਫਾਈਲ ਤੇ ਹੀ ਕੰਮ ਕਰਦੇ ਹਾਂ। ਔਰ ਜੈਨੂਇਨ ਚਾਹੇ ਉਹ ਸਟੱਡੀ ਵੀਜ਼ਾ ਹੋਵੇ ਚਾਹੇ ਉਹ ਟੂਰਿਸਟ ਵੀਜ਼ਾ ਹੋਵੇ, ਅਸੀਂ ਚਾਹੁੰਦੇ ਹਾਂ ਕਿ ਇੱਕ ਜੈਨੂਇਨ ਕਲਾਇੰਟ ਜਾਵੇ ਔਰ ਪ੍ਰੋਪਰ ਆਪਣਾ ਟਾਈਮ ਸਪੈਂਡ ਕਰਕੇ ਆ ਜਾਵੇ, ਗੁੰਮਰਾਹ ਨਾ ਹੋਵੇ ਉੱਥੇ ਜਾ ਕੇ। ਔਰ ਉਸ ਤੋਂ ਬਾਅਦ ਜਿਹੜਾ ਹੈਗਾ ਹੈ ਉਹ ਰੈਗੂਲਰ ਜਿਹੜਾ ਦੇਖੋ ਬਹੁਤ ਸਾਰੀਆਂ ਐਮਬੈਸੀ ਨੇ ਜਿਹੜੀਆਂ ਲੰਬਾ ਵੀਜ਼ਾ ਦੇ ਦਿੰਦੀਆਂ ਨੇ, ਕਿਸੇ ਨੂੰ 6 ਮਹੀਨੇ ਤੋਂ ਲੈ ਕੇ 2 ਸਾਲ ਤੱਕ ਦਾ ਵੀਜ਼ਾ ਮਿਲਦਾ, ਪਰ ਕਈ ਜਗ੍ਹਾ ਤੇ 10 ਸਾਲ ਦਾ ਵੀਜ਼ਾ ਵੀ ਮਿਲਦਾ। ਤਾਂ ਇਹ ਸਭ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਤੁਹਾਡੇ ਲਈ ਬੈਨੀਫਿਟ ਕਰ ਸਕਦੀਆਂ ਨੇ ਔਰ ਤੁਸੀਂ ਆਉਣ ਵਾਲੇ ਟਾਈਮ 'ਚ ਜਿਹੜਾ ਹੈ ਆਪਣਾ ਜਿਹੜਾ ਫਿਊਚਰ ਹੈ ਉਹਨੂੰ ਵਧੀਆ ਕਰ ਸਕਦੇ ਹੋ। ਔਰ ਇਸੇ ਲਈ ਮੈਂ ਕਹਾਂਗਾ ਕਿ ਤੁਸੀਂ ਈਜ਼ੀਵੇ ਦੀ ਟੀਮ ਨੂੰ ਇੱਕ ਵਾਰੀ ਜ਼ਰੂਰ ਕੰਸਲਟ ਕਰੋ, ਬੇਸ਼ੱਕ ਕਿਤੇ ਵੀ ਫਾਈਲ ਲਗਾਓ, ਇੱਕ ਵਾਰੀ ਸਾਡੀ ਸਲਾਹ ਲੈਣ ਲਈ ਜ਼ਰੂਰ ਆਓ ਤਾਂ ਕਿ ਤੁਹਾਨੂੰ ਥੋੜਾ ਜਿਹਾ ਡਿਫਰੈਂਸ ਪਤਾ ਲੱਗੇ ਕਿ ਅਸੀਂ ਕਿਸ ਤਰ੍ਹਾਂ ਕੰਮ ਕਰਦੇ ਹਾਂ। ਜੀ 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 ਬਿਲਕੁਲ। ਸੋ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਵੀ ਪੁਆਇੰਟ ਕਲੀਅਰ ਹੋ ਗਿਆ ਹੋਵੇਗਾ। ਡਿਪੈਂਡੈਂਟ ਵੀਜ਼ਾ ਨੂੰ ਲੈ ਕੇ ਸਵਾਲ ਸਾਡੇ ਕੋਲ ਢੇਰ ਸਾਰੇ ਆ ਰਹੇ ਸੀ, ਸਾਰੇ ਹੀ ਸੋਚ ਰਹੇ ਸੀ ਕਿ ਸ਼ਾਇਦ ਹਾਲੇ ਜੋ ਹੈ ਕੈਨੇਡਾ ਦੇ ਲਈ ਅਗਰ ਡਿਪੈਂਡੈਂਟ ਵੀਜ਼ਾ ਲਗਾਉਣਾ ਹੈ ਤਾਂ ਉੱਥੇ ਪ੍ਰੋਫਾਈਲ ਨਹੀਂ ਲਗਾਈ ਜਾ ਰਹੀ ਸੀ, ਜਾਂ ਕੋਈ ਹੋਰ ਆਪਸ਼ਨਸ ਹੋਰ ਕੰਟਰੀਜ਼ ਵੱਲ ਜੋ ਹੈ ਸੋਚਿਆ ਜਾਣ ਲੱਗ ਗਿਆ ਸੀ। ਸੋ ਹੁਣ ਤੁਹਾਨੂੰ ਕਲੀਅਰ ਹੋ ਚੁੱਕਿਆ ਹੈ ਕਿ ਕੋਈ ਵੀ ਐਸੀ ਗੱਲ ਨਹੀਂ ਹੈ, ਸਹੀ ਡਾਕੂਮੈਂਟੇਸ਼ਨ ਦੇ ਨਾਲ ਜੋ ਹੈ ਤੁਸੀਂ ਡਿਪੈਂਡੈਂਟ ਵੀਜ਼ਾ ਲੈ ਸਕਦੇ ਹੋ, ਕੋਈ ਦਿੱਕਤ ਪਰੇਸ਼ਾਨੀ ਵਾਲੀ ਗੱਲ ਨਹੀਂ ਹੈ। ਅਗਰ ਆਪਾਂ ਓਵਰਆਲ ਵੈਸੇ ਚਲੋ ਕਾਫੀ ਚੀਜ਼ਾਂ ਤੁਸੀਂ ਜੋ ਹੈ ਅੱਜ ਕਲੀਅਰ ਕਰ ਦਿੱਤੀਆਂ ਨੇ, ਪਰ ਆਪਾਂ ਇੱਕ ਨੌਨ ਐਸਡੀਐਸ ਨੂੰ ਲੈ ਕੇ ਫਿਰ ਵੀ ਸਵਾਲ ਰਹਿੰਦਾ ਹੀ ਰਹਿੰਦਾ ਕਿ ਨੌਨ ਐਸਡੀਐਸ ਪ੍ਰੋਫਾਈਲਸ ਨੂੰ ਅਗਰ ਅਪਲਾਈ ਕਰ ਰਹੇ ਨੇ ਉਹਨਾਂ ਦਾ ਵੀਜ਼ਾ ਸਕਸੈਸ ਰੇਟ ਕਿੰਨਾ ਆ ਰਿਹਾ ਹੈ? ਬਿਲਕੁਲ। ਦੇਖੋ ਨੌਨ ਐਸਡੀਐਸ ਦੇ ਵਿੱਚ ਮੈਂ ਗੱਲ ਕਰਨੀ ਚਾਹਾਂਗਾ ਕਿ ਮੈਨੂੰ ਕਾਫੀ ਬੱਚੇ ਆਉਂਦੇ ਨੇ ਜਿਨ੍ਹਾਂ ਦੇ ਪੀਟੀ ਕੀਤਾ ਹੁੰਦਾ ਜੀ। ਹੁਣ ਪੀਟੀ ਵਾਲਾ ਜਿਹੜਾ ਬੱਚਾ ਹੈਗਾ ਹੈ ਉਹ ਕਈ ਵਾਰੀ ਉਹ ਨੌਨ ਐਸਡੀਐਸ 'ਚ ਅਪਲਾਈ ਹੁੰਦਾ ਜ਼ਿਆਦਾਤਰ। ਦੇਖੋ ਐਸਡੀਐਸ ਐਂਡ ਨੌਨ ਐਸਡੀਐਸ ਦੋਨੋਂ ਕੈਟਾਗਰੀ ਦੇ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਹੈਗਾ। ਜਿਹੜਾ ਐਸਡੀਐਸ ਕੈਟਾਗਰੀ ਹੈਗੀ ਹੈ ਵਰਕ ਪਰਮਿਟ ਐਸਡੀਐਸ ਵਾਲੇ ਨੂੰ ਵੀ ਮਿਲਦਾ ਹੈ ਤੇ ਵਰਕ ਪਰਮਿਟ ਨੌਨ ਐਸਡੀਐਸ ਵਾਲੇ ਨੂੰ ਵੀ ਮਿਲਦਾ ਹੈ। ਹੁਣ ਐਸਡੀਐਸ ਵਾਲਾ ਉਹ ਬੱਚਾ ਜਿਹਦੇ 6 ਈਚ ਬੈਂਡ ਹੈਗੇ ਨੇ ਔਰ ਪਲੱਸ ਜਿਹਦੇ ਜਿਹੜੇ ਨੇ 50 ਈਚ ਨੰਬਰ ਹੈਗੇ ਨੇ ਹਰ ਸਬਜੈਕਟ ਵਿੱਚੋਂ 50% ਈਚ ਨੰਬਰ ਜੀ, ਉਹ ਬੱਚਾ ਜਿਹੜਾ ਹੈਗਾ ਹੈ ਔਰ ਉਹ ਜਿਹਨੇ GIC ਪੇ ਕੀਤਾ ਉਹ ਐਸਡੀਐਸ ਵਿੱਚ ਜਾ ਸਕਦਾ ਹੈ। ਜੀ ਜੀ। ਮੰਨ ਲਓ ਤੁਸੀਂ ਮੈਂ ਸਾਲਟ ਕਾਲਜ ਦੀ ਗੱਲ ਕਰਦਾ ਹੈ ਜਾਂ ਸੈਂਟ ਲਾਰੈਂਸ ਕਾਲਜ ਦੀ ਗੱਲ ਕਰਦਾ ਹੈ, ਇਹ ਦੋ ਬੱਚੇ ਨੇ, ਇੱਕ ਸਾਡੇ ਕੋਲ ਪੀਟੀ ਵਾਲਾ ਹੈਗਾ, ਇੱਕ ਸਾਡੇ ਕੋਲ ਆਇਲਟਸ ਵਾਲਾ ਹੈਗਾ। ਜੀ ਜੀ। ਜਿੰਦੇ 6 ਈਚ ਬੈਂਡ ਆਇਲਟਸ ਵਿੱਚੋਂ ਨੇ ਉਹ ਜਾਏਗਾ ਜੀ ਐਸਡੀਐਸ ਦੇ ਵਿੱਚ, ਜਿੰਦੇ ਪੀਟੀ ਵਿੱਚੋਂ 6 ਈਚ ਨੇ ਉਹ ਜਾਏਗਾ ਜੀ ਨੌਨ ਐਸਡੀਐਸ ਵਿੱਚ। ਓਕੇ। ਗੱਲ ਕੀ ਹੈਗੀ ਹੈ ਕਿ ਦੋਨਾਂ ਨੂੰ ਵਰਕ ਪਰਮਿਟ ਮਿਲਣਾ ਹੈ, ਦੋਨਾਂ ਨੂੰ ਸਭ ਚੀਜ਼ਾਂ ਹੋਣੀਆਂ ਨੇ, ਬਟ ਫਰਕ ਸਿਰਫ ਜਿਹੜਾ ਹੈਗਾ ਇਸ ਚੀਜ਼ ਦਾ ਹੈ ਕਿ ਉਹਦੇ 6 ਈਚ ਬੈਂਡ ਨੇ, ਜਿਸ ਕਰਕੇ ਉਹ ਉਸ ਕੈਟਾਗਰੀ 'ਚ ਜਾ ਰਿਹਾ ਹੈ ਜਿੱਥੇ ਵੀਜ਼ਾ ਦੀ ਸਪੀਡ ਥੋੜੀ ਜ਼ਿਆਦਾ ਹੈ। ਇਟ ਮੀਨਸ ਕਿ ਉਹਦਾ ਵੀਜ਼ਾ ਥੋੜਾ ਜਿਹਾ ਪਹਿਲਾਂ ਆਏਗਾ। ਬਟ ਮੇਰਾ ਐਕਸਪੀਰੀਅੰਸ ਇਹ ਕਹਿੰਦਾ ਕਿ ਅਸੀਂ ਪਿੱਛੇ ਕੁਝ ਵੀਜ਼ਾ ਅਪਲਾਈ ਕੀਤੇ ਸੀ, 55 ਓਵਰਆਲ ਤੇ ਵੀਜ਼ਾ ਲਿਆ ਹੈ, 57 ਓਵਰਆਲ ਤੇ ਵੀਜ਼ਾ ਲਿਆ ਸੈਂਟ ਲਾਰੈਂਸ ਦੇ ਵਿੱਚ, ਕੋਸਟ ਮਾਊਂਟੇਨ 'ਚ ਵੀਜ਼ਾ ਲਿਆ। ਬਹੁਤ ਸਾਰੇ ਕਾਲਜ ਨੇ ਜਿਨ੍ਹਾਂ ਦੇ ਵਿੱਚ ਪੀਟੀ ਤੇ ਅੱਛੇ ਵੀਜ਼ਾ ਲਏ ਨੇ। ਜੀ ਜੀ ਜੀ। ਤਾਂ ਇਸ ਕਰਕੇ ਐਸਡੀਐਸ ਨੌਨ ਐਸਡੀਐਸ ਕੋਈ ਜ਼ਿਆਦਾ ਫਰਕ ਨਹੀਂ। ਮੇਨ ਚੀਜ਼ ਹੈਗੀ ਆ ਪ੍ਰਾਈਵੇਟ ਤੇ ਗਵਰਨਮੈਂਟ ਕਾਲਜ। ਜੀ। ਪ੍ਰਾਈਵੇਟ ਕਾਲਜ ਦੇ ਵਿੱਚ ਇਹ ਹੁੰਦਾ ਹੈ ਕਿ ਤੁਹਾਨੂੰ ਵਰਕ ਪਰਮਿਟ ਨਹੀਂ ਮਿਲਦਾ, ਪਰ ਗਵਰਨਮੈਂਟ ਕਾਲਜ ਦੇ ਵਿੱਚ ਤੁਹਾਨੂੰ ਵਰਕ ਪਰਮਿਟ ਮਿਲਦਾ ਹੈ। ਬਟ ਪ੍ਰਾਈਵੇਟ ਦੇ ਵੀ ਅੱਜਕੱਲ ਬਹੁਤ ਅੱਛੇ ਟਾਈ ਅਪਸ ਹੋ ਗਏ ਨੇ, ਉਹ ਡਾਇਰੈਕਟਲੀ ਗਵਰਨਮੈਂਟ ਕਾਲਜ ਦੇ ਨਾਲ ਉਹਨਾਂ ਨੇ ਟਾਈ ਅਪ ਕਰ ਲਏ ਨੇ ਕਿ 1 ਸਾਲ ਪ੍ਰਾਈਵੇਟ ਔਰ 1 ਸਾਲ ਗਵਰਨਮੈਂਟ, ਔਰ ਉਸ ਤੋਂ ਬਾਅਦ ਤੁਹਾਨੂੰ ਉਹੀ 3 ਸਾਲ ਦਾ ਵਰਕ ਪਰਮਿਟ ਮਿਲੇਗਾ। ਤੇ ਜ਼ਿਆਦਾ ਜਾਣਕਾਰੀ ਲਈ ਤੁਸੀਂ ਸਾਨੂੰ ਮਿਲ ਸਕਦੇ ਹੋ ਤਾਂ ਕਿ ਤੁਹਾਨੂੰ ਜਿਹੜਾ ਹੈ ਅਸੀਂ ਪ੍ਰੋਪਰ ਗਾਈਡ ਕਰ ਪਾਈਏ। ਜੀ 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 ਬਿਲਕੁਲ। ਸੋ ਤੁਸੀਂ ਵੇਖ ਚੁੱਕੇ ਹੋ ਆਲਰੇਡੀ, ਆਪਾਂ ਤੁਹਾਨੂੰ ਵੀਜ਼ਾ ਵੀ ਦਿਖਾ ਚੁੱਕੇ ਆ ਕਿ ਜਿਨ੍ਹਾਂ ਦੇ ਪਹਿਲਾਂ ਰਿਫਿਊਜ਼ਲ ਆ ਚੁੱਕੇ ਨੇ ਉਹਨਾਂ ਦੇ ਵੀ ਸਕਸੈਸਫੁਲੀ ਵੀਜ਼ਾ ਲੱਗ ਚੁੱਕੇ ਨੇ, ਤੇ ਤੁਸੀਂ ਵੀ
ਵੀ ਬਿਲਕੁਲ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਐਸਡੀਐਸ ਪ੍ਰੋਫਾਈਲ ਹੈ, ਚਾਹੇ ਨਾਨ ਐਸਡੀਐਸ ਪ੍ਰੋਫਾਈਲ ਹੈ, ਚਾਹੇ ਕਿ ਰਿਫਿਊਜ਼ਲ ਆ ਚੁੱਕੀ ਹੈ, ਇੱਕ ਵਾਰੀ ਤੁਸੀਂ ਜ਼ਰੂਰ ਸਕਰੀਨ ਦੇ ਦਿੱਤੇ ਨੰਬਰਾਂ ਤੇ ਕਾਲ ਕਰਕੇ ਵੀ ਜਾਣਕਾਰੀ ਲੈ ਸਕਦੇ ਹੋ ਤੇ ਈਜ਼ੀਵੇ ਕੰਸਲਟੈਂਸੀ ਦੇ ਆਫਿਸ ਵੀ ਵਿਜ਼ਿਟ ਕਰ ਸਕਦੇ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਹ ਸਾਰੀ ਜਾਣਕਾਰੀ ਸਾਂਝੀ ਕਰਨ ਲਈ। ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਇਜਾਜ਼ਤ। ਧੰਨਵਾਦ।